ਆਓ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਜਾਣਦੇ ਹੋਏ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਹੀਂ ਮੁਲਕ ਤਜ ਜਾਉ ਪਾਰ। ਔਰੰਗਾ ਬਾਦਸ਼ਾਹ ਬ੍ਰਾਹਮਣਾਂ ਨੂੰ ਕਹਿਣ ਲੱਗਾ, ਜੇ ਮੁਸਲਮਾਨ ਇਸਲਾਮ ਮਜ਼ਹਬ ਕਬੂਲ ਨਹੀਂ ਤਾਂ ਇਹ ਮੁਲਕ ਛੱਡ ਕੇ ਚਲੇ ਜਾਓ। ਮੁਲਕ ਰਹੋ ਮੋ ਮੈਂ ਦਇਓ ਮਾਰ। ਔਰ ਕਹਿੰਦੇ ਮੁਲਕ ਛੱਡ ਕੇ ਵੀ ਮੈਂ ਤੁਹਾਨੂੰ ਜਿਉਂਦਿਆਂ ਨਹੀਂ ਜਾਣ ਦਵਾਂਗਾ, ਬਲਕਿ ਮੌਤ ਦੇ ਘਾਟ ਉਤਾਰ ਕੇ ਹੀ ਇਸ ਮੁਲਕ ਤੋਂ ਬਾਹਰ ਕੱਢਾਂਗਾ। ਦੋਹਰਾ ਸਭ ਸੁਨ ਭਏ ਸੋ ਸਿਆਮ ਰੰਗ, ਜਨ ਮਰ ਗਇਓ ਪਰਿਵਾਰ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਬ੍ਰਾਹਮਣਾਂ ਨੂੰ ਕਿ ਦੀਨੇ ਮਜ਼ਹਬ ਕਬੂਲ ਕਰ ਲਿਓ, ਨਹੀਂ ਤੇ ਤੁਹਾਡੇ ਤਨ ਦੇ ਟੁਕੜੇ ਕਰ ਦਿਆਂਗਾ, ਸੀਸ ਧੜ ਤੋਂ ਜੁਦਾ ਕਰ ਦਿਆਂਗਾ, ਤੁਹਾਨੂੰ ਮਾਰ ਦਿਆਂਗਾ, ਪਰ ਤੁਹਾਨੂੰ ਦੀਨੇ ਮਜ਼ਹਬ ਕਬੂਲ ਕਰਨਾ ਪਵੇਗਾ ਜੇ ਜ਼ਿੰਦਗੀ ਬਚਾਉਣੀ ਹੈ। ਤਾਂ ਜਦੋਂ ਇਸ ਤਰ੍ਹਾਂ ਮੌਤ ਦੀਆਂ ਧਮਕੀਆਂ ਔਰੰਗਜ਼ੇਬ ਬਾਦਸ਼ਾਹ ਦਾ ਫਤਵਾ ਸੁਣਿਆ ਖਾਲਸਾ ਜੀ, ਕਹਿੰਦੇ ਬ੍ਰਾਹਮਣ ਲੋਕਾਂ ਦਾ ਰੰਗ ਸਿਆਮ ਰੰਗ ਹੋ ਗਿਆ, ਭਾਵ ਕਿ ਕਾਲਾ ਸਿਆਹ ਰੰਗ ਹੋ ਗਿਆ, ਚਿਹਰੇ ਦੀਆਂ ਲਾਲੀਆਂ ਉੱਡ ਗਈਆਂ। ਜਦੋਂ ਦਿੱਲੀ ਦੇ ਤਖਤ ਵੱਲੋਂ ਫਤਵਾ ਜਾਰੀ ਹੋ ਗਿਆ ਕਿ ਬ੍ਰਾਹਮਣਾਂ ਨੂੰ ਕੋ ਕੇ ਕਤਲ ਕਰ ਦਿਓ ਜਿਹੜਾ ਮੁਸਲਮਾਨ ਇਸਲਾਮ ਧਰਮ ਨੂੰ ਕਬੂਲ ਨਹੀਂ ਕਰਦਾ, ਤੇ ਕਹਿੰਦੇ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਜਿਵੇਂ ਕਿਸੇ ਦੇ ਪਰਿਵਾਰ ਦਾ ਕੋਈ ਜੀ ਮਰ ਜਾਂਦਾ ਹੈ ਤੇ ਬੰਦੇ ਦੇ ਚਿਹਰੇ ਦੇ ਰੰਗ ਉੱਡ ਜਾਂਦੇ ਆ। ਬਸ ਜਦੋਂ ਔਰੰਗਜ਼ੇਬ ਬਾਦਸ਼ਾਹ ਦਾ ਹੁਕਮ ਜਾਰੀ ਹੋਇਆ ਬ੍ਰਾਹਮਣਾਂ ਨੂੰ ਮਾਰਨ ਦਾ, ਉਸ ਵਕਤ ਬ੍ਰਾਹਮਣਾਂ ਦੇ ਵੀ ਚਿਹਰੇ ਦੇ ਰੰਗ ਇਸੇ ਤਰ੍ਹਾਂ ਉੱਡ ਗਏ। ਇੱਕ ਦਿਸ਼ ਹੋਏ ਤਜਾਏ ਤਜ, ਜਾਈਆ ਕਹਾ ਸੰਸਾਰ। ਹੁਣ ਇੱਕ ਰੰਗ ਆਵੇ ਤੇ ਇੱਕ ਰੰਗ ਜਾਵੇ, ਹਰ ਪਲ ਮਨ ਦੇ ਉੱਤੇ ਭੈ ਸੀ, ਡਰ ਸੀ ਵੀ ਕਿਸੇ ਵੀ ਵਕਤ ਬਾਦਸ਼ਾਹ ਦੀ ਤਲਵਾਰ ਗਰਦਨ ਤੇ ਚੱਲ ਸਕਦੀ ਹੈ ਜੇ ਦੀਨੇ ਮਜ਼ਹਬ ਕਬੂਲ ਨਹੀਂ ਕੀਤਾ ਖਾਲਸਾ ਜੀ। ਤਾਂ ਫਿਰ ਬ੍ਰਾਹਮਣ ਸੋਚਦੇ ਆ ਵੀ ਹੁਣ ਕਿਸ ਥਾਂ ਵੱਲ ਜਾਈਏ, ਕਿਸ ਤਰ੍ਹਾਂ ਆਪਣੀ ਜਾਨ ਬਚਾਈਏ। ਚੌਪਈ ਬ੍ਰਾਹਮਣ ਬਣੀ ਬਹੁ ਔਖੀ ਬਾਤ। ਹੁਣ ਬ੍ਰਾਹਮਣਾਂ ਵਾਸਤੇ ਬੜੀ ਔਖੀ ਗੱਲ ਹੋ ਗਈ, ਕਿਉਂਕਿ ਜੇ ਜੀਵਤ ਰਹਿਣਾ ਤੇ ਦੀਨੇ ਮਜ਼ਹਬ ਕਬੂਲ ਕਰਨਾ ਪੈਣਾ, ਨਹੀਂ ਤੇ ਮਰਨਾ ਹੀ ਪਵੇਗਾ। ਨਾ ਕਿਛ ਸੁਝੈ ਦਿਨ ਔਰ ਰਾਤ। ਦਿਨ ਰਾਤ ਰਸਤਾ ਲੱਭਦੇ ਨੇ ਜ਼ਿੰਦਗੀ ਬਚਾਉਣ ਦਾ, ਪਰ ਖਾਲਸਾ ਜੀ ਕਹਿੰਦੇ ਕੋਈ ਰਸਤਾ ਨਜ਼ਰ ਨਹੀਂ ਆਉਂਦਾ, ਕੁਝ ਸੋਝੀ ਨਹੀਂ ਹੁੰਦੀ, ਕਿਉਂਕਿ ਸਰਕਾਰ ਦਾ ਹਕੂਮਤ ਦਾ ਹੁਕਮ ਹੋਇਆ ਤੇ ਹਕੂਮਤ ਦੇ ਨਾਲ ਟੱਕਰ ਲੈਣੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬ੍ਰਾਹਮਣ ਨਾ ਕਛ ਅਰਸਾ ਕੀਓ। ਤਾਂ ਕਹਿੰਦੇ ਬ੍ਰਾਹਮਣਾਂ ਨੇ ਦਿੱਲੀ ਦੀ ਹਕੂਮਤ ਅੱਗੇ ਤਰਲੇ ਲੈ ਕਰਕੇ, ਹੱਥ ਜੋੜ ਕਰਕੇ, ਰੋ ਰੋ ਕੇ ਖਾਲਸਾ ਜੀ ਸਮਾਂ ਮੰਗਿਆ ਕਿ ਸਾਨੂੰ ਥੋੜਾ ਸਮਾਂ ਦੇ ਦਿਓ, ਸਾਨੂੰ ਥੋੜੀ ਮੋਹਲਤ ਦੇ ਦਿਓ। ਦਿਨਾ ਲੰਘਾਵਨ ਵਿਲਾਏ ਸੋ ਲਿਓ। ਕਹਿੰਦੇ ਸਮਾਂ ਕੀ ਮੰਗਿਆ, ਬਸ ਦਿਨ ਹੀ ਲੰਘਾਉਣ ਵਾਸਤੇ ਬਾਦਸ਼ਾਹ ਨੂੰ ਕਹਿ ਦਿੱਤਾ ਕਿ ਸਾਨੂੰ ਸੋਚਣ ਵਿਚਾਰਨ ਵਾਸਤੇ ਥੋੜਾ ਸਮਾਂ ਦਿੱਤਾ ਜਾਵੇ। ਲਾਗੇ ਕਰਨ ਸੋ ਤਪ ਅਰ ਜਾਪ। ਤੇ ਜਦੋਂ ਬਾਦਸ਼ਾਹ ਨੇ ਕਿਹਾ ਜਾਓ, ਤੁਹਾਨੂੰ ਸਮਾਂ ਦਿੱਤਾ, ਕੁਝ ਦਿਨ ਦਿੱਤੇ, ਮੋਹਲਤ ਦਿੱਤੀ, ਕਹਿੰਦੇ ਬ੍ਰਾਹਮਣ ਲੋਕ ਮਾਲਾ ਲੈ ਕੇ ਬਹਿ ਗਏ ਤੇ ਜਪ ਤਪ ਕਰਨ ਲੱਗ ਪਏ। ਦੇਵਤਾ ਨਾ ਜਾਗੇ ਸਿਰ ਰਹੇ ਖਾਪ। ਪਰ ਕਹਿੰਦੇ ਉਹਨਾਂ ਦੇ ਪੂਜਾ ਪਾਠ ਨੇ, ਜਪ ਤਪ ਨੇ ਕੋਈ ਦੇਵਤਾ ਨਾ ਜਗਾਇਆ, ਕੋਈ ਦੇਵੀ ਨਾ ਜਗਾਈ। ਖਾਲਸਾ ਜੀ ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਤ ਸਿਪਾਹੀ ਬਣਾਇਆ, ਅਕਾਲ ਪੁਰਖ ਕੀ ਫੌਜ ਪ੍ਰਗਟ ਕੀਤੀ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ, ਖਾਲਸਾ ਪਰਮਾਤਮ ਕੀ ਮੌਜ। ਕਿ ਖਾਲਸਾ ਆਪਣੇ ਹੱਕ ਲੈਣ ਵਾਸਤੇ ਨਾ ਪਟੀਸ਼ਨਾਂ ਪਾਉਂਦਾ, ਨਾ ਖਾਲਸਾ ਆਪਣੇ ਹੱਕ ਲੈਣ ਵਾਸਤੇ ਧਰਨੇ ਲਾਉਂਦਾ। ਜਦੋਂ ਖਾਲਸੇ ਨੇ ਹੱਕ ਲੈਣਾ ਹੋਵੇ, ਗਾਤਰੇ ਪਾਈ ਹੋਈ ਤੇਗ ਦੇ ਮੁੱਠੇ ਤੇ ਹੱਥ ਪਾਉਂਦਾ। ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਦੋਂ ਵੇਖਿਆ ਕਿ ਲੋਕ ਉਡੀਕ ਕਰ ਰਹੇ ਨੇ ਕੋਈ ਚੰਡੀ ਪ੍ਰਗਟ ਹੋਵੇਗੀ ਤੇ ਹਿੰਦੁਸਤਾਨ ਦੀ ਇੱਜ਼ਤ ਦੀ ਰਾਖੀ ਕਰੇਗੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਤਖਤ ਕੇਸਗੜ੍ਹ ਸਾਹਿਬ ਖੜ ਕੇ ਕਿਹਾ, ਸਿੱਖੋ
ਇਹ ਚੰਡੀ ਗੁਰੂ ਦਸ਼ਮੇਸ਼ ਨੇ ਪ੍ਰਗਟ ਕਰ ਦਿੱਤੀ ਹੈ। ਤੇ ਜਿਹੜੀ ਚੰਡੀ ਗੁਰੂ ਦਸ਼ਮੇਸ਼ ਨੇ ਪ੍ਰਗਟ ਕੀਤੀ ਹੈ, ਮੈਂ ਕੱਲੇ ਕੱਲੇ ਸਿੱਖ ਦੇ ਗਾਤਰੇ ਵਿੱਚ ਪਾ ਚੱਲਿਆ। ਹੁਣ ਜਿਨਨੇ ਆਪਣੇ ਹੱਕ ਦੀ ਖਾਤਰ ਲੜਨਾ, ਉਹ ਗਾਤਰੇ ਪਾਈ ਹੋਈ ਤੇਗ ਦੇ ਮੁੱਠੇ ਨੂੰ ਹੱਥ ਪਾਵੇ। ਤਬ ਚੁਗਲਨ ਨਾ ਚੁਗਲੀ ਬਣਾਏ। ਹੁਣ ਜਦੋਂ ਜਪ ਤਪ ਕਰਦੇ ਨੇ, ਪੂਜਾ ਪਾਠ ਕਰਦੇ, ਖਾਲਸਾ ਜੀ ਕੋਈ ਦੇਵੀ ਪ੍ਰਗਟ ਨਹੀਂ ਹੁੰਦੀ। ਸਮਾਂ ਲੰਘ ਰਿਹਾ, ਦਿਨ ਲੰਘ ਰਹੇ, ਤੇ ਬ੍ਰਾਹਮਣਾਂ ਦੇ ਇਨ੍ਹਾਂ ਕਰਮ ਕਾਂਡ ਨੂੰ ਵੇਖ ਕਰਕੇ ਉਸ ਵਕਤ ਮੁਗਲ ਹਕੂਮਤ ਦੇ ਵਜ਼ੀਰਾਂ ਨੇ ਚੁਗਲੀ ਲਾ ਦਿੱਤੀ ਕਿ ਉਹ ਕੇਵਲ ਤੇ ਕੇਵਲ ਦਿਨ ਲੰਘਾ ਰਹੇ ਨੇ। ਕਰਤ ਹੈ ਬਾਮਨ ਜਾਦੂ ਉਪਾਈ। ਤੇ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਕਹਿੰਦੇ ਉਹ ਤੇ ਜਾਦੂ ਟੂਣੇ ਵੱਲ ਜਾ ਰਹੇ ਆ, ਉਹ ਤੇ ਕੋਈ ਜਾਦੂਗਰਾਂ ਦੀ ਮਰਿਆਦਾ ਨੂੰ ਅਪਣਾ ਰਹੇ ਆ। ਉਹ ਤੇਰੇ ਤੋਂ ਸਮਾਂ ਲੈ ਕਰਕੇ ਕੋਈ ਵਿਚਾਰਾਂ ਨਹੀਂ ਕਰ ਰਹੇ, ਤੇਰੇ ਹੁਕਮ ਬਾਰੇ ਸੋਚ ਨਹੀਂ ਰਹੇ, ਬਲਕਿ ਉਹ ਤੇ ਜਾਦੂ ਟੂਣੇ ਕਰ ਰਹੇ, ਜੰਤਰ ਮੰਤਰ ਕਰ ਰਹੇ ਨੇ। ਦੋਹਰਾ ਯਾ ਸੁਨ ਸ਼ਾਹੇ ਨੁਰੰਗ ਤਬ ਭਇਓ ਅਤੀਸੈ ਕੋਪ। ਹੁਣ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਸੁਣਿਆ ਕਿ ਦਿੱਲੀ ਤਖਤ ਦੇ ਹੁਕਮ ਦੀ ਪਰਵਾਹ ਨਹੀਂ ਕਰ ਰਹੇ, ਜੰਤਰਾਂ ਮੰਤਰਾਂ ਵਿੱਚ ਉਲਝੇ ਨੇ, ਔਰੰਗਜ਼ੇਬ ਬਾਦਸ਼ਾਹ ਹੋਰ ਵੀ ਕ੍ਰੋਧ ਵਿੱਚ ਆ ਗਿਆ, ਹੋਰ ਵੀ ਕਰੋਪੀ ਕਰ ਦਿੱਤੀ ਕਿ ਮੇਰੇ ਹੁਕਮ ਦੀ ਪਰਵਾਹ ਨਹੀਂ, ਮੇਰੇ ਹੁਕਮ ਤੇ ਕੋਈ ਵਿਚਾਰ ਨਹੀਂ। ਕਹਿੰਦੇ ਔਰੰਗਜ਼ੇਬ ਬਾਦਸ਼ਾਹ ਨੇ ਹੋਰ ਵੀ ਕਰੋਪੀ, ਹੋਰ ਵੀ ਜ਼ੁਲਮ ਵਧਾ ਦਿੱਤਾ। ਕਾਸ਼ਮੀਰ ਮੈਂ ਹਿੰਦੂਆਂ ਕਾਜਿਓ ਕਰਿਓ ਧਰਮ ਉਨ ਲੋਪ। ਕਹਿਣ ਲੱਗਾ ਜਾਓ ਕਸ਼ਮੀਰ ਦੇ ਪੰਡਤਾਂ ਨੂੰ ਬੰਦੀ ਬਣਾ ਲਿਓ, ਤੇ ਜਿਹੜਾ ਦੀਨੇ ਮਜ਼ਹਬ ਕਬੂਲ ਨਹੀਂ ਕਰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿਓ। ਚੌਪਈ ਅਹਦੀਏ ਦੁੜਾਏ ਵੱਲ ਕਸ਼ਮੀਰ। ਆਪਣੀਆਂ ਫੌਜਾਂ ਨੂੰ ਕਸ਼ਮੀਰ ਦੀ ਧਰਤੀ ਵੱਲ ਰਵਾਨਾ ਕਰ ਦਿੱਤਾ। ਹੁਕਮ ਸੁਣੈ ਤਿਨ ਘਰੀ ਨਾ ਤੀਰ। ਕਿ ਜਿਹੜਾ ਹੁਕਮ ਨਹੀਂ ਮੰਨਦਾ ਦਿੱਲੀ ਹਕੂਮਤ ਦਾ, ਉਹਨੂੰ ਬਿਨਾਂ ਕਿਸੇ ਦੇਰੀ ਤੋਂ ਕੋ ਕੇ ਕਤਲ ਕਰ ਦਿੱਤਾ ਜਾਵੇ। ਤੁਰਤ ਫੜੇ ਦੇ ਤੇ ਕਹਿ ਤਾਣ। ਤਾਂ ਖਾਲਸਾ ਜੀ ਜਿਹੜੇ ਮੁਗਲ ਹਕੂਮਤ ਦੇ ਸਿਪਾਹੀ ਸਨ, ਕਹਿੰਦੇ ਬੜੇ ਤਾਕਤ ਦੇ ਨਾਲ, ਜ਼ੋਰ ਦੇ ਨਾਲ ਉਸ ਵਕਤ ਬ੍ਰਾਹਮਣਾਂ ਨੂੰ ਬੰਦੀ ਬਣਾਉਂਦੇ ਤੇ ਉਹਨਾਂ ਉੱਤੇ ਜ਼ੁਲਮ ਕਰਦੇ। ਸਭ ਹਿੰਦੂ ਕੀਏ ਮੁਸਲਮਾਨ। ਔਰ ਜਿੰਨੇ ਵੀ ਸਨਾਤਨ ਮਤ ਦੇ ਪੈਰੋਕਾਰ ਸਨ, ਉਹਨਾਂ ਨੂੰ ਜ਼ਬਰੀ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਹਿੰਦੂ ਲੋਕਾਂ ਨੂੰ ਮੁਸਲਮਾਨ ਬਣਾ ਰਹੇ ਸਨ। ਹਿੰਦੂ ਬਚੈ ਲੋਕ ਬਤੇਰਾ ਕਰੈ। ਤੇ ਕਹਿੰਦੇ ਜਿਹੜੇ ਜੰਗਲਾਂ ਵਿੱਚ ਲੁਕਦੇ ਸਨ, ਜਿਹੜੇ ਸ਼ਹਿਰਾਂ ਤੋਂ ਦੌੜ ਕਰਕੇ ਆਪਣੀ ਜਾਨ ਬਚਾਉਂਦੇ ਸਨ, ਮੁਗਲ ਹਕੂਮਤ ਦੇ ਫੌਜਦਾਰ, ਮੁਗਲ ਹਕੂਮਤ ਦੇ ਸਿਪਾਹੀ ਉਹਨਾਂ ਜੰਗਲਾਂ ਵਿੱਚ ਲੁਕੇ ਹੋਏ ਹਿੰਦੂਆਂ ਨੂੰ ਵੀ ਪਕੜ ਕਰਕੇ, ਜ਼ੁਲਮ ਕਰਕੇ, ਤਸੀਹੇ ਦੇ ਕਰਕੇ ਦੀਨੇ ਮਜ਼ਹਬ ਜ਼ਬਰੀ ਕਬੂਲ ਕਰਵਾਉਂਦੇ ਸਨ। ਔਰ ਲੈ ਸਭ ਮੁਸਲਾ ਕਰੈ। ਔਰ ਖਾਲਸਾ ਜੀ ਜਿਹੜਾ ਦੀਨੇ ਮਜ਼ਹਬ ਕਬੂਲ ਨਹੀਂ ਸੀ ਕਰਦਾ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਕਿ ਇਕੱਠਿਆਂ ਨੂੰ ਬੰਨ ਕੇ ਝੀਲ ਵਿੱਚ ਸੱਟ ਦਿੰਦੇ ਸੀ ਤੇ ਫੌਜਦਾਰ ਤਾੜੀਆਂ ਮਾਰ ਕੇ ਹੱਸਦੇ ਸੀ। ਜਦੋਂ ਪਾਣੀ ਦੇ ਵਿੱਚ ਡੁੱਬਣ ਲੱਗਿਆਂ ਉਹ ਤੜਫਦੇ ਸਨ ਤੇ ਹੱਸ ਕੇ ਦੂਸਰੇ ਸਨਾਤਨ ਮਤ ਦੇ ਪੈਰੋਕਾਰਾਂ ਨੂੰ ਕਹਿੰਦੇ ਸੀ ਕਿ ਜੇ ਹਕੂਮਤ ਦਾ ਹੁਕਮ ਨਹੀਂ ਮੰਨਿਆ, ਤੁਹਾਡਾ ਹਾਲ ਵੀ ਇਹੋ ਕੀਤਾ ਜਾਵੇਗਾ। ਕਹਿੰਦੇ ਜ਼ਬਰੀ ਇਸਲਾਮ ਧਰਮ ਵਿੱਚ ਲਿਆਂਦਾ ਜਾ ਰਿਹਾ ਸੀ। ਯੋ ਸਭ ਜਗ ਸੁਨ ਭਇਓ ਤਰਾਸ। ਹੁਣ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਜ਼ੁਲਮ ਵਧਾਇਆ, ਪ੍ਰਜਾ ਨੂੰ ਦੁਖੀ ਕਰਨ ਲੱਗ ਪਿਆ ਖਾਲਸਾ ਜੀ, ਉਸ ਵਕਤ ਹਿੰਦੁਸਤਾਨ ਦੀ ਸਾਰੀ ਪ੍ਰਜਾ, ਸਾਰੀ ਲੋਕਾਈ ਉਹ ਡਰ ਦੇ ਵਿੱਚ ਹੋ ਗਈ, ਭੈ ਭੀਤ ਹੋ ਗਈ। ਤਬ ਬਿਪ ਆਏ ਸਤਿਗੁਰ ਪਾਸ। ਤਾਂ ਉਸ ਵਕਤ ਜਿਹੜੇ ਵਿਪਰ ਲੋਕ ਸਨ, ਭਾਵ ਕੇ ਪੰਡਤ ਲੋਕ ਸਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਚਰਨਾਂ ਵਿੱਚ ਆਏ। ਦੋਹਰਾ ਕਾਂਸ਼ੀ ਆਦ ਗੰਗਾ ਟਿਗੋ ਕੁਲ ਛੇਤਰ ਔਰ। ਭਾਈ ਰਤਨ ਸਿੰਘ ਭੰਗੂ ਕਹਿੰਦੇ ਕਾਸ਼ੀ ਤੋਂ ਪੰਡਤ ਆਏ, ਗੰਗਾ ਬਨਾਰਸ ਤੋਂ ਪੰਡਤ ਆਏ, ਹਰਿਦੁਆਰ ਤੋਂ ਪੰਡਤ ਆਏ, ਕਸ਼ਮੀਰ ਦੇ ਪੰਡਤ ਆਏ, ਤੇ ਕੁਰੂਕਸ਼ੇਤਰ ਦੀ ਧਰਤੀ ਜਿੱਥੇ ਮਹਾਭਾਰਤ ਦਾ ਜੰਗ ਹੋਇਆ, ਜਿੱਥੇ ਗੀਤਾ ਦਾ ਉਚਾਰਨ ਹੋਇਆ, ਉਸ ਕੁਰੂਕਸ਼ੇਤਰ ਦੀ ਧਰਤੀ ਤੋਂ ਵੀ, ਭਾਵ ਇਨ੍ਹਾਂ ਸਾਰਿਆਂ ਇਲਾਕਿਆਂ ਦੇ ਬ੍ਰਾਹਮਣ
ਇਕੱਠੇ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਰਲ ਬਹਿ ਆਏ ਫਰਾਦ ਸਭ ਤੇਗ ਬਹਾਦਰ ਕੋਲ। ਧੰਨ ਗੁਰੂ ਤੇਗ ਬਹਾਦਰ ਜੀ ਦੇ ਕੋਲ ਆ ਕਰਕੇ ਜੋਦੜੀਆਂ ਕੀਤੀਆਂ, ਅਰਦਾਸਾਂ ਕੀਤੀਆਂ ਕਿ ਦੁਖੀ ਵਿਪਰ ਜੋ ਚੱਲ ਕੇ ਆਏ ਹਾਂ ਪੂਰੀ ਆਨੰਦ, ਬਾਹਾਂ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ ਕਿਰਪਾ ਕਰੋ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਡੀ ਬਾਹ ਪਕੜੋ, ਸਾਡੇ ਧਰਮ ਨੂੰ ਖਤਰਾ, ਸਾਡੀ ਜ਼ਿੰਦਗੀ ਨੂੰ ਖਤਰਾ, ਸਾਡੀਆਂ ਇੱਜ਼ਤਾਂ ਨੂੰ ਖਤਰਾ, ਸਾਡੇ ਧਾਰਮਿਕ ਚਿੰਨ੍ਹ ਨੂੰ ਖਤਰਾ, ਅਸੀਂ ਤੇਰੇ ਦੁਆਰੇ ਤੇ ਚੱਲ ਕੇ ਆਏ ਆ ਪਾਤਸ਼ਾਹ, ਤੂੰ ਕਿਰਪਾ ਕਰਕੇ ਸਾਡੀ ਬਾਹ ਪਕੜ ਲੈ। ਚੌਪਈ ਆਏ ਬ੍ਰਾਹਮਣ ਸਭ ਕੋ ਐਸੇ ਪੁਕਾਰੇ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਸਾਰੇ ਬ੍ਰਾਹਮਣ ਰੋ ਰੋ ਕੇ ਤਰਲੇ ਲੈ ਕੇ ਪੁਕਾਰਾਂ ਕਰਦੇ ਨੇ। ਸਤਿਗੁਰ ਸੁਨ ਆਏ ਤੁਮ ਦੁਆਰੇ। ਕਿ ਸੱਚੇ ਪਾਤਸ਼ਾਹ ਅਸੀਂ ਸਾਰੇ ਦੁਆਰੇ ਛੱਡ ਕੇ ਤੇਰੇ ਦੁਆਰੇ ਆਏ ਹਾਂ। ਖਾਲਸਾ ਜੀ ਇਹ ਅਰਦਾਸ ਸਾਨੂੰ ਵੀ ਕਰ ਲੈਣੀ ਚਾਹੀਦੀ ਹੈ ਕਿ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਕਿ ਦੁਨੀਆ ਦੇ ਸਾਰੇ ਦੁਆਰਿਆਂ ਤੇ ਦਰ ਦਰ ਤੇ ਜਾ ਕੇ ਵੇਖਿਆ ਪਾਤਸ਼ਾਹ, ਪਰ ਸੱਚੀ ਗੱਲ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇ ਦਰ ਤੇ ਸਿੱਖ ਦੀ ਸੁਣੀ ਜਾਂਦੀ ਹੈ, ਦੁਨੀਆ ਤੇ ਕੋਈ ਦਰ ਨਹੀਂ ਜਿਹੜਾ ਇਸ ਤਰ੍ਹਾਂ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦਾ ਹੈ। ਸੋ ਖਾਲਸਾ ਜੀ ਅੱਜ ਜਦੋਂ ਧਰਮ ਤੇ ਖਤਰਾ ਬਣਿਆ ਤੇ ਉਹ ਪੰਡਤ ਲੋਕ ਵੀ ਚੱਲ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਏ। ਹੋ ਛਤਰੀ ਤੁਮ ਬ੍ਰਹਮ ਉਜਾਗਰ। ਕਹਿਣ ਲੱਗੇ ਪਾਤਸ਼ਾਹ ਤੁਸੀਂ ਛਤਰੀਆਂ ਨੂੰ ਜਨਮ ਦੇਣ ਵਾਲੇ ਹੋ, ਸ਼ਸਤਰ ਧਾਰੀ ਸਤਿਗੁਰੂ ਹੋ। ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਵੀ ਤੇਗ ਦੇ ਜੌਹਰ ਵਿਖਾਏ ਸੀ, ਇਸੇ ਕਰਕੇ ਸਤਿਗੁਰਾਂ ਦਾ ਨਾਮ ਤੇਗ ਬਹਾਦਰ ਰੱਖਿਆ ਹੈ। ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਸ਼ਸਤਰ ਧਾਰੀਓ, ਕਿਰਪਾ ਕਰੋ, ਅੱਜ ਬ੍ਰਾਹਮਣ ਤੇਰੇ ਦੁਆਰੇ ਤੇ ਚੱਲ ਕੇ ਆਏ ਆ, ਬ੍ਰਾਹਮਣਾਂ ਦੇ ਧਰਮ ਦੀ ਰੱਖਿਆ ਕਰੋ। ਗਊ ਬ੍ਰਾਹਮਣ ਤੁਮ ਪ੍ਰਿਤਪਾਗਰ। ਪਾਤਸ਼ਾਹ ਕਿਰਪਾ ਕਰੋ, ਗਊ ਤੇ ਬ੍ਰਾਹਮਣ ਦੀ ਪੱਤ ਜੇ ਅੱਜ ਦੁਨੀਆ ਤੇ ਕੋਈ ਰੱਖ ਸਕਦਾ ਹੈ ਤੇ ਸੱਚੇ ਪਾਤਸ਼ਾਹ ਕੇਵਲ ਤੁਸੀਂ ਰੱਖ ਸਕਦੇ ਹੋ। ਅਬ ਆਏ ਭਰੀ ਹਮਨੇ ਪੈ ਭਾਰੀ। ਕਿਉਂਕਿ ਸਾਡੇ ਜ਼ਿੰਦਗੀ ਦੇ ਉੱਤੇ ਕਾਲ ਮੰਡਰਾ ਰਿਹਾ ਔਰੰਗਜ਼ੇਬ ਨਾਮ ਦਾ, ਤੇ ਸਾਡੀ ਜ਼ਿੰਦਗੀ ਸਦਾ ਡਰ ਦੇ ਵਿੱਚ ਬਤੀਤ ਹੋ ਰਹੀ ਹੈ। ਪਾਤਸ਼ਾਹ ਕਿਰਪਾ ਕਰੋ ਸਾਨੂੰ ਇਸ ਡਰ ਤੋਂ ਮੁਕਤ ਕਰਾ ਦਿਓ। ਅਬ ਆਏ ਭਰੀ ਹਮਨੇ ਪੈ ਭਾਰੀ। ਕਿਉਂਕਿ ਸਾਡੇ ਜ਼ਿੰਦਗੀ ਦੇ ਉੱਤੇ ਬੜਾ ਵੱਡਾ ਡਰ ਕਾਲ ਮੰਡਰਾ ਰਿਹਾ ਹੈ। ਅਬ ਹਮਕੋ ਤੁਮ ਲਹੋ ਉਬਾਰੀ। ਤੁਸੀਂ ਕਿਰਪਾ ਕਰਕੇ ਸਾਨੂੰ ਇਸ ਕਾਲ ਤੋਂ, ਇਸ ਮੌਤ ਦੇ ਗੇੜ ਤੋਂ ਬਚਾ ਲਓ। ਤੁਮ ਨਾਨਕ ਸਤਿਗੁਰ ਕਲ ਧਾਰੀ। ਕਿਉਂਕਿ ਤੁਸੀਂ ਉਸ ਕਲਾ ਧਾਰੀ ਸਤਿਗੁਰੂ ਗੁਰੂ ਨਾਨਕ ਦੇਵ ਦੀ ਜੋਤ ਹੋ, ਨੌਵੀਂ ਜੋਤ ਉਸ ਸਤਿਗੁਰੂ ਦੀ ਓ ਜਿਸ ਸਤਿਗੁਰੂ ਨੇ ਬਾਬਰ ਨੂੰ ਵੀ ਜਾਬਰ ਕਿਹਾ ਸੀ। ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਕੋਲ ਆਏ ਨੇ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਨੇ। ਮੈਂ ਬੇਨਤੀ ਕਰਾਂ ਆਪਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ ਇਸੇ ਭਾਵਨਾ ਨਾਲ ਅਰਦਾਸ ਕਰੀਏ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦੀਦਾਰੇ ਕਰੀਏ ਤੇ ਸਾਨੂੰ ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਫਰਕ ਨਜ਼ਰ ਨਾ ਆਵੇ। ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ 'ਚ ਫਰਕ ਨਜ਼ਰ ਨਾ ਆਵੇ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੀਏ ਤੇ ਇਸ ਤਰ੍ਹਾਂ ਮਹਿਸੂਸ ਕਰੀਏ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਖੜੇ ਹਾਂ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੀਏ, ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੀਏ ਤੇ ਇਸ ਤਰ੍ਹਾਂ ਖਾਲਸਾ ਜੀ ਮਹਿਸੂਸ ਕਰੀਏ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੈਠੇ ਹਾਂ। ਫਿਰ ਸੱਚ ਹੈ ਅਰਦਾਸ ਕਰਨ ਦਾ ਵੀ ਵੱਖਰਾ ਹੀ ਆਨੰਦ ਆਵੇਗਾ, ਗੁਰੂ ਦਰਬਾਰ ਵਿੱਚ ਵਿਚਰਨ ਦਾ ਵੱਖਰਾ ਆਨੰਦ ਆਵੇਗਾ। ਬ੍ਰਾਹਮਣਾਂ ਨੇ ਅਰਦਾਸ ਕੀਤੀ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਿ ਪਾਤਸ਼ਾਹ ਤੁਸੀਂ ਉਸ ਕਲਾ ਧਾਰੀ ਸਤਿਗੁਰੂ ਗੁਰੂ ਨਾਨਕ ਦੀ ਨੌਵੀਂ ਜੋਤ ਹੋ। ਰੱਖੋ ਹਿੰਦੂਆਂ ਹਿੰਦ ਮਚਾਰੀ। ਹੁਣ ਕਿਰਪਾ ਕਰਕੇ ਹਿੰਦੂਆਂ ਦੀ, ਸਾਡੇ ਧਰਮ ਦੀ ਪੱਤ ਰੱਖ ਲਓ। ਹਿੰਦੂ ਨਿਰਬੀਜ ਹੈ ਕਰਨੇ। ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੇ ਤੇ ਕਸਮ ਖਾ ਲਈ ਹੈ ਕਿ ਮੈਂ ਹਿੰਦੂਆਂ ਦਾ ਬੀਜ ਵੀ ਹਿੰਦੁਸਤਾਨ ਵਿੱਚ ਨਹੀਂ ਰਹਿਣ ਦਿਆਂਗਾ।
ਖਾਲਸਾ ਜੀ ਸੱਚ ਹੈ, ਜੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨ ਦਾ ਲਹੂ ਭਾਰਤ ਦੀ ਧਰਤੀ ਤੇ ਡੋਲਿਆ ਨਾ ਹੁੰਦਾ ਤੇ ਅੱਜ ਉਸ ਧਰਤੀ ਦੇ ਉੱਤੇ ਮੰਦਰ ਮੁਨਾਰੇ ਨਾ ਹੁੰਦੇ, ਉਸ ਧਰਤੀ ਦੇ ਉੱਤੇ ਕੋਈ ਜਨੇਊ ਨਾ ਪਾਉਂਦਾ। ਇਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿਸਾਕਾ। ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਧਰਮ ਦੀ ਪੱਤ ਰੱਖ ਲਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜ਼ੁਲਮ ਹੋਣੋਂ ਬਚਾ ਲਿਆ। ਸ਼ਾਹੇ ਨੁਰੰਗਾ ਯੋ ਲਿਖ ਬਰਨੇ, ਕਿਉਂਕਿ ਨੁਰੰਗਾ ਭਾਵ ਕਿ ਔਰੰਗਜ਼ੇਬ ਬਾਦਸ਼ਾਹ ਨੇ ਤੇ ਲਿਖਤੀ ਹੁਕਮ ਜਾਰੀ ਕਰ ਦਿੱਤਾ ਸੀ। ਜ਼ਬਰੀ ਧਰਮ ਤਬਦੀਲ ਕਰਵਾਇਆ ਜਾ ਰਿਹਾ ਸੀ ਕਿ ਜਿਹੜਾ ਦੀਨੇ ਮਜ਼ਹਬ ਕਬੂਲ ਨਹੀਂ ਕਰੇਗਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਤੁਰਕ ਪ੍ਰਥਮ ਹੈ ਬਾਮਨ ਕਰਨੇ, ਤੇ ਉਹਨੇ ਇਹ ਵੀ ਕਸਮ ਰੱਖੀ ਸੀ, ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੂੰ ਕਿਹਾ ਸੀ ਅਸੀਂ ਬ੍ਰਾਹਮਣਾਂ ਦੇ ਮੁਰੀਦ ਹਾਂ, ਬ੍ਰਾਹਮਣ ਸਾਡੇ ਗੁਰੂ ਨੇ। ਤੇ ਔਰੰਗਜ਼ੇਬ ਬਾਦਸ਼ਾਹ ਨੇ ਹੱਸ ਕੇ ਕਿਹਾ ਜੇ ਮੁੱਠੀ ਭਰ ਬ੍ਰਾਹਮਣ ਮੁਸਲਮਾਨ ਬਣਾਇਆ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ ਤੇ ਪਹਿਲਾਂ ਬ੍ਰਾਹਮਣਾਂ ਦੇ ਉੱਤੇ ਜ਼ੁਲਮ ਢਾਉਣਾ ਚਾਹੀਦਾ ਹੈ। ਔਰ ਹਿੰਦੂ ਹੈ ਪਾਚੇ ਕਰਨੇ, ਤੇ ਬ੍ਰਾਹਮਣ ਜਦੋਂ ਮੁਸਲਮਾਨ ਬਣ ਗਏ ਤੇ ਬਾਕੀ ਦੇ ਹਿੰਦੂ ਲੋਕ ਵੀ ਆਪਣੇ ਆਪ ਦੀਨੇ ਮਜ਼ਹਬ ਕਬੂਲ ਕਰ ਲੈਣਗੇ। ਬ੍ਰਾਹਮਣ ਹੈ ਹਿੰਦੂਆਂ ਅਗਵਾਨ, ਕਿਉਂਕਿ ਬ੍ਰਾਹਮਣ ਲੋਕ ਹਿੰਦੂਆਂ ਦੀ ਅਗਵਾਈ ਕਰਿਆ ਕਰਦੇ ਸਨ। ਤੁਰਕ ਹੋਏ ਜਾਉ ਮਗਰ ਜਹਾਨ, ਤੇ ਜੇ ਬ੍ਰਾਹਮਣ ਮੁਸਲਮਾਨ ਬਣ ਗਏ ਤੇ ਬਾਕੀ ਜਿਤਨਾ ਮੁਲਕ ਹੈ ਉਹ ਵੀ ਆਪਣੇ ਆਪ ਮੁਸਲਮਾਨ ਬਣ ਜਾਵੇਗਾ। ਯਹ ਅਬ ਨੁਰੰਗਾ ਕਰੀ ਸਲਾਹ, ਸੋ ਇਹ ਵਜ਼ੀਰਾਂ ਨਾਲ ਸਲਾਹ ਕਰਕੇ ਉਹਨੇ ਜ਼ੁਲਮੀ ਫਤਵੇ ਜਾਰੀ ਕੀਤੇ ਹੋਏ ਨੇ। ਤਰਾਹ ਤਰਾ ਆਏ ਤੁਮ ਪਾਹ, ਤੇ ਸੱਚੇ ਪਾਤਸ਼ਾਹ ਅਸੀਂ ਦਿੱਲੀ ਹਕੂਮਤ ਦੇ ਹੁਕਮਾਂ ਤੋਂ ਡਰਦੇ ਤੇਰੀ ਸ਼ਰਨੀ ਆਏ ਹਾਂ। ਜੋ ਤੁਮ ਕੋ ਕਿਛ ਸਤਿਗੁਰ ਸੂਰੇ, ਤੇ ਸੱਚੇ ਪਾਤਸ਼ਾਹ ਤੁਸੀਂ ਸੂਰਬੀਰ ਹੋ, ਤੁਸੀਂ ਪਰਮ ਪੁਰਖ ਬਲਵਾਨ ਸਤਿਗੁਰੂ ਹੋ, ਕਿਰਪਾ ਕਰੋ ਤੁਹਾਡੀ ਸ਼ਰਨੀ ਆਏ ਹਾਂ। ਡੁੱਬਤ ਰੱਖੋ ਹਿੰਦ ਵਾਇਨ ਪੂਰੇ, ਹੁਣ ਹਿੰਦੂਆਂ ਦੇ ਧਰਮ ਦਾ ਜਹਾਜ਼ ਡੁੱਬਦਾ ਜਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੁਸਾਂ ਮੱਖਣ ਸ਼ਾਹ ਲਬਾਣੇ ਦਾ ਡੁੱਬਦਾ ਬੇੜਾ ਬੰਨੇ ਲਾਇਆ ਸੀ, ਹੁਣ ਕਿਰਪਾ ਕਰੋ ਅੱਜ ਸਾਡੇ ਧਰਮ ਦਾ ਬੇੜਾ ਡੁੱਬਦਾ ਜਾ ਰਿਹਾ ਹੈ, ਸਾਡੇ ਡੁੱਬਦੇ ਹੋਏ ਧਰਮ ਦੇ ਬੇੜੇ ਨੂੰ ਵੀ ਪਾਰ ਲੰਘਾ ਦਿਓ। ਨਹੀਂ ਤੋਂ ਤੁਰਕ ਤੋਹੇ ਪ੍ਰਥਮ ਕਰਾਵੈ, ਨਹੀਂ ਤਾਂ ਅਸੀਂ ਵੀ ਪਾਤਸ਼ਾਹ ਤੇਰੇ ਤੇ ਭਰੋਸਾ ਰੱਖ ਕੇ ਦਿੱਲੀ ਤਖਤ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਵਾਂਗੇ ਕਿ ਜਾ ਕੇ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਕਰ ਲਵੇ। ਤੋਹੇ ਤੇ ਪਿੱਛੇ ਹਮ ਦੀਨ ਮੈਂ ਆਵੈ, ਤੇ ਜੇ ਧੰਨ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਹੋ ਗਏ, ਦੀਨੇ ਮਜ਼ਹਬ ਕਬੂਲ ਕਰ ਲਿਆ ਤੇ ਅਸੀਂ ਵੀ ਦੀਨੇ ਮਜ਼ਹਬ ਕਬੂਲ ਕਰ ਲਵਾਂਗੇ। ਤੁਮ ਛਤਰੀ ਹੋ ਖੜਗ ਉਠਾਵੋ, ਬਾਦਸ਼ਾਹ ਤੁਸੀਂ ਸ਼ਸਤਰ ਧਾਰੀ ਹੋ, ਹੱਥ ਵਿੱਚ ਸ਼ਸਤਰ ਪਕੜ ਕਰਕੇ ਦਿੱਲੀ ਦੇ ਤਖਤ ਦਾ ਮੁਕਾਬਲਾ ਕਰੋ। ਸਭ ਹਿੰਦੂਆਂ ਕੋ ਗੱਲ ਲਗਾਵੋ, ਤੇ ਹਿੰਦੁਸਤਾਨ ਦੇ ਹਿੰਦੂ ਲੋਕਾਂ ਨੂੰ, ਸਨਾਤਨ ਮਤ ਦੇ ਪੈਰੋਕਾਰਾਂ ਨੂੰ ਆਪਣੀ ਸ਼ਰਨੀ ਰੱਖੋ, ਆਪਣੇ ਗਲ ਨਾਲ ਲਾਵੋ। ਤੁਮ ਪੈ ਮਾਇਆ ਆਵੈ ਕਨੀ, ਕਿਉਂਕਿ ਪਾਤਸ਼ਾਹ ਤੇਰੇ ਦਰ ਦੇ ਉੱਤੇ ਮਾਇਆ ਦਾ ਘਾਟਾ ਕੋਈ ਨਹੀਂ। ਖਾਲਸਾ ਜੀ ਇਹ ਬ੍ਰਾਹਮਣ ਲੋਕ ਕਹਿ ਰਹੇ ਗੁਰੂ ਤੇਗ ਬਹਾਦਰ ਜੀ ਨੂੰ ਕਿ ਸਾਨੂੰ ਗੱਲ ਨਾਲ ਲਾਓ, ਤੁਹਾਡੇ ਦਰ ਤੇ ਮਾਇਆ ਦਾ ਨਹੀਂ ਘਾਟਾ ਤੇ ਸਾਰੇ ਭਾਰਤ ਨੂੰ ਤੁਸੀਂ ਪਾਲ ਸਕਦੇ ਹੋ, ਸਾਰੇ ਭਾਰਤ ਨੂੰ ਆਪਣੀ ਸ਼ਰਨੀ ਰੱਖ ਸਕਦੇ ਹੋ। ਕਰਾਮਾਤ ਤੁਮ ਪੈ ਅਨਗਨੀ, ਕਿਉਂਕਿ ਤੁਹਾਡੇ ਹੱਥਾਂ ਦੇ ਵਿੱਚ ਕਰਾਮਾਤਾਂ ਨੇ, ਰਹਿਮਤਾਂ ਨੇ, ਬਖਸ਼ਿਸ਼ਾਂ ਨੇ। ਅੱਜ ਦੇ ਸਮੇਂ ਵਿੱਚ ਸੰਸਾਰ ਦੇ ਤਖਤੇ ਤੇ ਜੇ ਕੋਈ ਪੂਰਨ ਸਤਿਗੁਰੂ ਹੈ ਤੇ ਗੁਰੂ ਤੇਗ ਬਹਾਦਰ ਜੀ ਤੁਸੀਂ ਪੂਰਨ ਸਤਿਗੁਰੂ ਹੋ। ਦੋਹਰਾ ਤੁਰਕਨ ਤੈ 10 ਗੁਣ ਅਧਿਕ, ਹੈ ਹਿੰਦੂ ਹਿੰਦ ਮਾਹੇ। ਪਾਤਸ਼ਾਹ ਭਾਰਤ ਦੀ ਧਰਤੀ ਤੇ ਤੁਰਕਾਂ ਨਾਲੋਂ, ਮੁਗਲਾਂ ਨਾਲੋਂ 10 ਗੁਣਾ ਵੱਧ ਗਿਣਤੀ ਦੇ ਵਿੱਚ ਹਿੰਦੂ ਲੋਕ ਵਸਦੇ। ਮੈਂ ਇੱਕ ਬੇਨਤੀ ਕਰਾਂ ਖਾਲਸਾ ਜੀ ਕਿ ਇਤਿਹਾਸ ਜਦੋਂ ਪੜਾਂਗੇ ਭਾਵੇਂ ਮੁਗਲ ਹਕੂਮਤ ਦੇ ਜ਼ੁਲਮਾਂ ਦੀ ਗੱਲ ਆਵੇਗੀ ਤੇ ਮੁਗਲ ਹਕੂਮਤ ਦਾ ਜ਼ਿਕਰ ਕਰਨਾ ਪਵੇਗਾ, ਪਰ ਜਦੋਂ ਇਤਿਹਾਸ ਦੇ ਵਿੱਚ ਸਨਾਤਨ ਮਤ ਦੇ ਪੈਰੋਕਾਰ ਭਾਵ ਹਿੰਦੂ ਰਾਜੇ, ਪਹਾੜੀ ਰਾਜਿਆਂ ਨੇ ਜ਼ੁਲਮ ਢਾਇਆ ਤੇ ਉਹਨਾਂ ਦਾ ਵੀ ਜ਼ਿਕਰ ਹੋਵੇਗਾ।
ਮੇਰੇ ਕਹਿਣ ਤੋਂ ਭਾਵ ਕਿ ਕਦੇ ਵੀ ਸਿੱਖ ਇਤਿਹਾਸ ਦੇ ਵਿੱਚ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ। ਚੰਗੇ ਮਾੜੇ ਸਾਰੇ ਧਰਮਾਂ ਦੇ ਵਿੱਚ ਹੁੰਦੇ ਨੇ। ਇਸਲਾਮ ਮਤ ਦੇ ਵਿੱਚ ਜੇ ਕਿਸੇ ਨੇ ਜਨਮ ਲੈ ਕੇ ਖਾਲਸਾ ਜੀ ਸੰਸਾਰ ਤੇ ਜ਼ੁਲਮ ਢਾਇਆ ਤੇ ਉਹ ਮਜ਼ਹਬ ਮਾੜਾ ਨਹੀਂ। ਜੇ ਹਿੰਦੂ ਧਰਮ ਦੇ ਵਿੱਚ ਵੀ ਕਿਸੇ ਨੇ ਜਨਮ ਲੈ ਕੇ ਸੰਸਾਰ ਨੂੰ ਦੁਖੀ ਕੀਤਾ ਤੇ ਉਹ ਵੀ ਧਰਮ ਮਾੜਾ ਨਹੀਂ, ਕਿਉਂਕਿ ਚੰਗੇ ਮਾੜੇ ਹਰ ਇੱਕ ਫਿਰਕੇ ਵਿੱਚ, ਹਰ ਇੱਕ ਸੰਪਰਦਾ ਦੇ ਵਿੱਚ, ਹਰ ਇੱਕ ਧਰਮ ਵਿੱਚ ਆਉਂਦੇ ਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਰ-ਬਾਰ ਸਮਝਾਇਆ, ਧਰਮ ਮਾੜਾ ਨਹੀਂ ਹੁੰਦਾ, ਬਲਕਿ ਧਰਮ ਦੇ ਨਾਮ ਉੱਤੇ ਪਾਪ ਕਮਾਉਣ ਵਾਲਾ ਬੰਦਾ ਮਾੜਾ ਹੁੰਦਾ ਹੈ। ਉਹ ਭਾਵੇਂ ਖਾਲਸਾ ਜੀ ਜੇ ਵੇਖੀਏ ਤੇ ਸਿੱਖਾਂ ਵਿੱਚ ਵੀ ਸਾਰੇ ਚੰਗੇ ਨਹੀਂ ਆਏ, ਬਲਕਿ ਸਿੱਖੀ ਪਹਿਰਾਵੇ ਦੇ ਵਿੱਚ ਕਈ ਮਾੜੇ ਵੀ ਆਏ, ਜਿਨ੍ਹਾਂ ਮਾੜਿਆਂ ਨੇ ਖੁਦ ਹੀ ਹਰਮੰਦਰ ਸਾਹਿਬ ਤੇ ਹਮਲੇ ਕਰਵਾ ਦਿੱਤੇ। ਸੋ ਇਸ ਕਰਕੇ ਮੈਂ ਬੇਨਤੀ ਤਾਂ ਕੀਤੀ, ਇਹ ਕਿਤੇ ਵੀ ਮਨ ਵਿੱਚ ਸ਼ੰਕਾ ਨਾ ਆਵੇ ਕਿ ਕਿਸੇ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਬਲਕਿ ਨਿਸ਼ਾਨਾ ਉਸ ਬਾਦਸ਼ਾਹ ਨੂੰ ਬਣਾਇਆ ਗਿਆ, ਉਸ ਔਰੰਗਜ਼ੇਬ ਨੂੰ ਬਣਾਇਆ ਗਿਆ, ਜਿਨੇ ਭਾਰਤ ਦੀ ਧਰਤੀ ਤੇ ਅਤਿਆਚਾਰ ਢਾਇਆ ਹੈ। ਜੋ ਤੁਮ ਖੰਡਾ ਫੜਕ ਫੜੋ, ਸਭ ਰਲੈ ਤੁਮ ਸੰਗ ਆਏ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਬ੍ਰਾਹਮਣ ਕਹਿੰਦੇ, ਪਾਤਸ਼ਾਹ ਤੁਸੀਂ ਸ਼ਸਤਰ ਚੱਕੋ, ਹੱਥ ਵਿੱਚ ਖੰਡਾ ਪਕੜੋ ਤੇ ਅਸੀਂ ਸਾਰੇ ਹਿੰਦੁਸਤਾਨ ਦੇ ਹਿੰਦੂ ਲੋਕ ਤੁਹਾਡੀ ਸ਼ਰਣੀ ਆ ਜਾਵਾਂਗੇ। ਚੌਪਈ ਗੁਰੂ ਨਾਨਕ ਬਚ ਗਏ ਬਿਕਾਇਆ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੀ ਇਹ ਮੁਗਲ ਹਕੂਮਤ ਤਖਤ ਤੇ ਬੈਠੀ ਹੈ। ਕਿਉਂਕਿ ਬਾਬਰ ਬਾਦਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਰਾਜ ਕਰਨ ਦਾ ਵਰ ਮੰਗਿਆ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਬਰ ਬਾਦਸ਼ਾਹ ਨੂੰ 7 ਪੁਸ਼ਤਾਂ ਦਾ ਰਾਜ ਦਿੱਤਾ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਵੀ ਕੀਤਾ ਸੀਗਾ ਬਾਬਰ ਬਾਦਸ਼ਾਹ ਨੂੰ ਕਿ ਬਾਦਸ਼ਾਹ, ਜਦੋਂ ਸੰਸਾਰ ਤੇ ਤੇਰੀਆਂ ਪੁਸ਼ਤਾਂ ਨੇ ਜ਼ੁਲਮ ਢਾਇਆ ਤੇ ਅਸੀਂ ਤੇਰੇ ਤੋਂ ਰਾਜ ਵਾਪਸ ਵੀ ਲੈ ਲਵਾਂਗੇ। ਤੇ ਬਾਬਰ ਕਹਿਣ ਲੱਗਾ, ਮਹਾਰਾਜ ਜਦੋਂ ਕੋਈ ਵਸਤੂ ਦੇ ਦਿੱਤੀ ਜਾਵੇ ਤੇ ਵਾਪਸ ਨਹੀਂ ਲਈਦੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਦੋਂ ਰਾਜਾ, ਜਦੋਂ ਦੁਨੀਆ ਦਾ, ਦੇਸ਼ ਦਾ ਬਾਦਸ਼ਾਹ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਵੇ ਤੇ ਉਹਦੇ ਤੋਂ ਰਾਜ ਖੋਹ ਲੈਣਾ ਕੋਈ ਪਾਪ ਨਹੀਂ ਹੁੰਦਾ, ਬਲਕਿ ਦੁਨੀਆ ਵਾਸਤੇ ਨਿਆਂ ਹੁੰਦਾ ਹੈ। ਤੇ ਅਸੀਂ ਸਿਰ ਧੜ ਦੀ ਬਾਜੀ ਲਾ ਕੇ, ਸੀਸ ਧੜ ਤੋਂ ਜੁਦਾ ਕਰਵਾ ਕੇ ਤੇਰੀ 7ਵੀਆਂ ਪੁਸ਼ਤਾਂ ਤੋਂ ਬਾਬਰ ਬਾਦਸ਼ਾਹ ਰਾਜ ਵਾਪਸ ਲਵਾਂਗੇ। ਸੋ ਬ੍ਰਾਹਮਣ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਿ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਮੁਗਲ ਹਕੂਮਤ ਤਖਤ ਤੇ ਬੈਠੀ ਹੈ। ਤੁਰਕਨ ਸੋ ਨਹਿ ਖੰਡਾ ਫੜਾਇਆ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ 9ਵੀਂ ਜੋਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਿ ਹਜੇ ਸਾਨੂੰ ਸ਼ਸਤਰ ਪਕੜ ਕਰਕੇ ਜੰਗ ਕਰਨ ਦਾ ਹੁਕਮ ਨਹੀਂ ਹੋਇਆ। ਤੁਰਕ ਗਲੇ ਗਲੇ ਹਮ ਸੀਸ। ਬਲਕਿ ਅਸੀਂ ਆਪਣਾ ਸੀਸ ਕੁਰਬਾਨ ਕਰਕੇ, ਸਿਰ ਧੜ ਦੀ ਬਾਜੀ ਲਾ ਕਰਕੇ ਮੁਗਲ ਹਕੂਮਤ ਦੀਆਂ ਜੜ੍ਹਾਂ ਉਹ ਖਾਲਸਾ ਜੀ ਪੱਟ ਦਵਾਂਗੇ। ਧੰਨ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਜਦੋਂ ਧਰਤੀ ਦੇ ਤਖਤੇ ਦੇ ਉੱਤੇ ਸਾਡੇ ਤਨ ਦਾ ਲਹੂ ਡੁੱਲੇਗਾ, ਸਾਡੇ ਤਨ ਦਾ ਡੁੱਲਿਆ ਹੋਇਆ ਲਹੂ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਦਵੇਗਾ, ਔਰੰਗਜ਼ੇਬ ਬਾਦਸ਼ਾਹ ਦਾ ਰਾਜ ਮਲੀਆ ਮੇਟ ਕਰ ਦਵੇਗਾ। ਯੋ ਕਰ ਗਏ ਸਤਿਗੁਰ ਬਖਸ਼ੀਸ਼। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਬਚਨ ਦਿੱਤਾ ਸੀ ਕਿ ਅਸੀਂ ਸੀਸ ਦੇ ਕਰਕੇ ਤੇਰੀ 7ਵੀਆਂ ਪੁਸ਼ਤਾਂ ਤੋਂ ਰਾਜ ਵਾਪਸ ਲਵਾਂਗੇ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਬਖਸ਼ਿਸ਼ਾਂ ਭਰੇ ਬਚਨ ਨੂੰ ਦੁਬਾਰਾ ਦੁਹਰਾਉਂਦੇ ਨੇ। ਦੋਹਰਾ ਜੇਕਰ ਤੁਮਰੋ ਭਲ ਪਵੇ, ਸਿਰ ਦੈਤ ਨ ਲਾਵੈ ਬੇਰ। ਧੰਨ ਗੁਰੂ ਤੇਗ ਬਹਾਦਰ ਜੀ ਮੁਸਕਰਾ ਕੇ ਕਹਿਣ ਲੱਗੇ, ਪੰਡਤੋ ਜੇ ਤੁਹਾਡਾ ਭਲਾ ਸਾਡੇ ਸਿਰ ਦਿੱਤਿਆਂ ਹੁੰਦਾ ਹੈ ਤੇ ਅਸੀਂ ਸਿਰ ਦੇਣ ਤੋਂ ਪਿੱਛੇ ਨਹੀਂ ਹਟਾਂਗੇ, ਬਲਕਿ ਤੁਹਾਡਾ ਭਲਾ ਕਰਾਂਗੇ। ਖਾਲਸਾ ਜੀ ਵੇਖੋ ਕਿੰਨੇ ਦਿਆਲੂ ਕਿਰਪਾਲੂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਆ ਕੇ ਕੋਈ ਆਪਣੇ ਕਾਰੋਬਾਰ ਦੀ ਸੁੱਖ ਮੰਗੇ, ਆਪਣੇ ਕਾਰੋਬਾਰ ਦਾ ਡੁੱਬਦਾ ਹੋਇਆ ਬੇੜਾ ਬੰਨੇ ਲਾਉਣ ਵਾਸਤੇ ਅਰਦਾਸ ਕਰੇ। ਧੰਨ ਗੁਰੂ ਤੇਗ ਬਹਾਦਰ ਜੀ ਉਸ ਸਿੱਖ ਦੀ ਅਰਦਾਸ ਸੁਣ ਕੇ ਮੱਖਣ ਸ਼ਾਹ ਲਵਾਣੇ ਦੇ ਕਾਰੋਬਾਰ ਦੇ ਡੁੱਬਦੇ ਹੋਏ ਬੇੜੇ ਨੂੰ ਬੰਨੇ ਲਾਉਂਦੇ ਆ। ਤੇ ਜੇ ਧੰਨ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਕੋਈ ਆਪਣੀ ਜ਼ਿੰਦਗੀ ਮੰਗੇ, ਧੰਨ ਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਆਪਣਾ ਜੀਵਨ ਮੰਗੇ, ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਿਰ ਧੜ ਦੀ ਬਾਜੀ ਲਾ ਕਰਕੇ ਉਸ
ਦਰ ਦੇ ਉੱਤੇ ਆਏ ਹੋਏ ਅਰਦਾਸ ਕਰਨ ਵਾਲੇ ਸੱਜਣ ਨੂੰ ਖਾਲਸਾ ਜੀ ਜੀਵਨ ਵੀ ਬਖਸ਼ਦੇ ਆ, ਜ਼ਿੰਦਗੀ ਵੀ ਬਖਸ਼ਦੇ ਆ। ਭਾਵ ਗੁਰੂ ਦੇ ਕੋਲ ਆ ਕੇ ਕੋਈ ਧਨ ਮੰਗੇ, ਮਹਾਰਾਜ ਧਨ ਦਿੰਦੇ ਆ। ਤੇ ਗੁਰੂ ਐਸਾ ਦਿਆਲੂ ਕਿਰਪਾਲੂ ਹੈ, ਜੇ ਗੁਰੂ ਤੇਗ ਬਹਾਦਰ ਕੋਲ ਆ ਕੇ ਕੋਈ ਸਤਿਗੁਰੂ ਦਾ ਸਿਰ ਮੰਗ ਲਵੇ ਤੇ ਸੱਚੇ ਪਾਤਸ਼ਾਹ ਝੋਲੀ ਖਾਲੀ ਨਹੀਂ ਜਾਣ ਦਿੰਦੇ, ਮਹਾਰਾਜ ਆਪਣਾ ਸਿਰ ਵੀ ਦੇ ਦਿੰਦੇ ਆ। ਭਾਵ ਇਹ ਉਹ ਦਰ ਹੈ, ਉਹ ਅਸਥਾਨ ਹੈ, ਉਹ ਗੁਰੂ ਦੀ ਬਖਸ਼ਿਸ਼ਾਂ ਵਾਲਾ ਘਰ ਹੈ ਜਿੱਥੋਂ ਝੋਲੀ ਖਾਲੀ ਨਹੀਂ ਜਾਂਦੀ। ਇਹ ਸਤਿਗੁਰੂ ਕੋਲੋਂ ਤੇ ਖਾਲਸਾ ਜੀ ਕੋਈ ਸਤਿਗੁਰੂ ਦੇ ਲਖਤੇ ਜ਼ਿਗਰ ਮੰਗ ਲਵੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹੱਥੀਂ ਚਮਕੌਰ ਦੀ ਗੜੀ ਦਾ ਬੂਹਾ ਖੋਲ ਕੇ ਛਾਤੀ ਤੇ ਤੀਰਾਂ ਦੀਆਂ ਬੋਸ਼ਾਰਾਂ ਖਾਣ ਵਾਸਤੇ ਆਪਣੇ ਲਖਤੇ ਜ਼ਿਗਰਾਂ ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ ਨੂੰ ਭੇਜ ਦਿੰਦੇ ਆ। ਭਾਵ ਐਸਾ ਸਤਿਗੁਰੂ ਦੁਨੀਆ ਤੇ ਦੂਜਾ ਨਹੀਂ ਮਿਲਣਾ, ਜਿਹੜਾ ਆਪਣੇ ਦਰ ਦੇ ਉੱਤੇ ਆਏ ਹੋਏ ਇਨਸਾਨ ਨੂੰ ਕਦੇ ਖਾਲੀ ਹੱਥ ਨਹੀਂ ਜਾਣ ਦਿੰਦਾ। ਇਹ ਸਤਿਗੁਰੂ ਕੋਲੋਂ ਕੋਈ ਸਤਿਗੁਰੂ ਦਾ ਸਿਰ ਮੰਗ ਲਵੇ, ਮਹਾਰਾਜ ਆਪਣਾ ਸਿਰ ਵੀ ਦੇ ਦਿੰਦੇ ਆ। ਅੱਜ ਬ੍ਰਾਹਮਣਾਂ ਨੂੰ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਜੇ ਸਾਡੇ ਸਿਰ ਦਿੱਤਿਆਂ ਤੁਹਾਡਾ ਭਲਾ ਹੁੰਦਾ, ਅਸੀਂ ਸਿਰ ਦੇਣ ਦੇ ਵਿੱਚ ਕਦੇ ਦੇਰੀ ਨਹੀਂ ਲਾਵਾਂਗੇ। ਦਿਓ ਤਾਂ ਕੀ ਜਾਏ ਜੜ, ਦਰਗਾਹੋ ਤੁਰਤ ਉਖੇੜ। ਤੇ ਜਦੋਂ ਸਾਡਾ ਸਿਰ ਧੜ ਤੋਂ ਜੁਦਾ ਹੋਵੇਗਾ ਤੇ ਇੱਕ ਗੱਲ ਚੇਤੇ ਰੱਖਿਓ, ਤੁਰਕਾਂ ਦੀ, ਮੁਗਲ ਹਕੂਮਤ ਦੀ ਰਾਜ ਦੀ ਜੜ ਪੁੱਟੀ ਜਾਵੇਗੀ। ਚੌਪਈ ਤਬ ਬ੍ਰਾਹਮਣ ਕੇ ਮਨ ਓਏ ਆਈ। ਤਾਂ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਦੇ ਬਚਨ ਸੁਣੇ, ਕਹਿੰਦੇ ਬ੍ਰਾਹਮਣਾਂ ਨੂੰ ਵੀ ਦਲਾਸਾ ਆ ਗਿਆ, ਬ੍ਰਾਹਮਣਾਂ ਦੇ ਮਨ ਦੇ ਵਿੱਚ ਫੁਰਨਾ ਆਇਆ। ਕਬ ਮੋਇਓ ਕਬ ਜੜ ਉਖਾੜੀ। ਕਹਿੰਦੇ ਦਲਾਸਾ ਤੇ ਆਇਆ, ਪਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਕਦੋਂ ਜਾ ਕਰਕੇ ਸਿਰ ਦਬੋਗੇ, ਕਦੋਂ ਜਾ ਕਰਕੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੋਗੇ। ਤੁਰਕ ਕਰਾਂਗੇ ਹਮ ਇਤਸਾਲ। ਕਿਉਂਕਿ ਜਿਹੜਾ ਮੁਗਲ ਹਕੂਮਤ ਦਾ ਬਾਦਸ਼ਾਹ ਔਰੰਗਜ਼ੇਬ ਹੈ, ਉਹ ਤੇ ਸਾਨੂੰ ਇੱਕ ਦਿਨ ਵੱਧ ਦੀ ਮੋਹਲਤ ਨਹੀਂ ਦਿੰਦਾ। ਉਹਨੇ ਤੇ ਸਾਨੂੰ ਇਸੇ ਸਾਲ ਮੌਤ ਦੇ ਡਰਾਵੇ ਦਿੱਤੇ ਨੇ, ਜੇ ਦੀਨੇ ਮਜ਼ਹਬ ਕਬੂਲ ਨਾ ਕੀਤਾ ਉਹਨੇ ਸਾਨੂੰ ਮਾਰ ਦੇਣਾ। ਤੁਸੀਂ ਪਤਾ ਨਹੀਂ ਕਦੋਂ ਜਾ ਕਰਕੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੋਗੇ। ਕਬ ਮਾਰ ਤੁਮ ਹਮ ਲਿਓ ਉਬਾਰ। ਬਾਦਸ਼ਾਹ ਜੇ ਅਸੀਂ ਮਾਰੀ ਗਏ ਤੇ ਸਾਨੂੰ ਬਚਾਉਣ ਦਾ ਲਾਭ ਕੀ ਹੋਵੇਗਾ। ਬੂੜ ਮੋਏ ਨੌਕਾ ਕਿਤ ਕਾਮ। ਕਿਉਂਕਿ ਜੇ ਡੋਬੀ ਗਏ ਤੇ ਫਿਰ ਬੇੜੀ ਬੰਨੇ ਲਾਉਣ ਦਾ ਕੀ ਲਾਭ ਹੋਇਆ। ਭੁੱਖੇ ਮਰੇ ਖੀਰ ਕਿਤ ਕਾਮ। ਬਾਦਸ਼ਾਹ ਜੇ ਭੁੱਖਿਆਂ ਬੰਦਾ ਕੋਈ ਮਰ ਜਾਵੇ ਤੇ ਭੁੱਖੇ ਮਰੇ ਹੋਏ ਬੰਦੇ ਨੂੰ ਕੋਈ ਜਾ ਕੇ ਖੀਰ ਦਾ ਬਾਟਾ ਦੇ ਦੇਵੇ ਤੇ ਮਰੇ ਹੋਏ ਬੰਦੇ ਵਾਸਤੇ ਖੀਰ ਲਾਭਦਾਇਕ ਨਹੀਂ ਹੁੰਦੀ। ਭਾਵ ਇਸ ਤਰ੍ਹਾਂ ਰੋਣ ਕਰ ਲਾਉਣ ਲੱਗ ਪਏ, ਤਰਲੇ ਲੈਣ ਲੱਗ ਗਏ ਕਿ ਮਹਾਰਾਜ ਸਾਡੇ ਕੋਲ ਸਮਾਂ ਨਹੀਂ, ਤੁਸੀਂ ਹੁਣੇ ਜਾਓ, ਹੁਣੇ ਜਾ ਕੇ ਸਿਰ ਧੜ ਦੀ ਬਾਜੀ ਲਾਓ, ਮੁਗਲ ਹਕੂਮਤ ਦੀਆਂ ਜੜ੍ਹਾਂ ਪੱਟੋ। ਖਾਲਸਾ ਜੀ ਜਦੋਂ ਤੇ ਆਪਣੇ ਤਨ ਦੇ ਉੱਤੇ, ਆਪਣੇ ਧਰਮ ਦੇ ਉੱਤੇ ਖਤਰਾ ਆਉਂਦਾ ਹੈ, ਫਿਰ ਇਸ ਤਰ੍ਹਾਂ ਜਾਹ ਕਰਕੇ ਤਰਲੇ ਲੈਂਦੇ ਆ। ਪਰ ਇਹ ਵੀ ਸੱਚ ਹੈ, ਜਿਸ ਸਤਿਗੁਰੂ ਨੇ ਕਿਰਪਾ ਕਰਕੇ ਧਰਮ ਦੀ ਰੱਖਿਆ ਕੀਤੀ, ਜਿਸ ਸਤਿਗੁਰੂ ਨੇ ਕਿਰਪਾ ਕਰਕੇ ਭਾਰਤ ਦੀ ਇੱਜ਼ਤ ਨੂੰ ਬਚਾਇਆ, ਫਿਰ ਉਹਨਾਂ ਨੇ, ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੇ ਇਸੇ ਸਤਿਗੁਰੂ ਦੀ ਕੁਰਬਾਨੀ ਨੂੰ ਭੁਲਾ ਦਿੱਤਾ। ਕਿਉਂਕਿ ਅੱਜ ਵੀ ਭਾਰਤ ਵਿੱਚ ਕਿਤਾਬਾਂ ਦੇ ਵਿੱਚ ਹਿਟਲਰ ਬਾਰੇ, ਔਰੰਗਜ਼ੇਬ ਬਾਰੇ ਤੇ ਪੜ੍ਹਾਇਆ ਜਾਂਦਾ ਹੈ, ਪਰ ਸੱਚ ਹੈ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਖਤਮ ਕਰਨ ਵਾਲੇ ਧੰਨ ਗੁਰੂ ਤੇਗ ਬਹਾਦਰ ਬਾਰੇ ਨਹੀਂ ਦੱਸਿਆ ਜਾਂਦਾ। ਬੱਚਿਆਂ ਨੂੰ ਹਿਟਲਰ ਬਾਰੇ, ਔਰੰਗਜ਼ੇਬ ਬਾਰੇ, ਅਕਬਰ ਬਾਰੇ, ਬਾਦਸ਼ਾਹ ਬਾਰੇ, ਉਹਨਾਂ ਬਾਦਸ਼ਾਹਾਂ ਬਾਰੇ ਤੇ ਦੱਸਿਆ ਜਾਂਦਾ ਜਿਨ੍ਹਾਂ ਨੇ ਮੰਦਿਰ ਢਾਏ। ਪਰ ਜਿਸ ਸਤਿਗੁਰੂ ਨੇ ਮੰਦਿਰ ਦੀ ਰੱਖਿਆ ਕੀਤੀ, ਜਿਸ ਸਤਿਗੁਰੂ ਨੇ ਧਰਮ ਦੀ ਰੱਖਿਆ ਕੀਤੀ, ਉਸ ਗੁਰੂ ਤੇਗ ਬਹਾਦਰ ਬਾਰੇ ਬੱਚਿਆਂ ਨੂੰ ਦੱਸਿਆ ਨਹੀਂ ਜਾਂਦਾ। ਭਾਵ ਇਸ ਸਤਿਗੁਰੂ ਦੀ ਕੁਰਬਾਨੀ ਨੂੰ ਲੁਕਾਇਆ ਜਾਂਦਾ ਹੈ, ਪਰ ਸਤਿਗੁਰੂ ਦੀ ਕੁਰਬਾਨੀ ਕਿਸੇ ਦੇ ਲੁਕਾਇਆ ਲੁਕਦੀ ਨਹੀਂ, ਉਹ ਫਿਰ ਵੀ ਸੰਸਾਰ ਤੇ ਪ੍ਰਗਟ ਹੈ ਖਾਲਸਾ ਜੀ। ਸੋ ਬ੍ਰਾਹਮਣ ਲੋਕ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ, ਮਹਾਰਾਜ ਜੇ ਬੰਦਾ ਮਾਰੀ ਗਿਆ ਭੁੱਖਿਆਂ ਤੇ ਮਰੇ ਹੋਏ ਬੰਦੇ ਨੂੰ ਜਿਵੇਂ ਖੀਰ ਦਾ ਕੋਈ ਲਾਭ ਨਹੀਂ ਹੁੰਦਾ, ਇਸੇ ਤਰ੍ਹਾਂ ਜੇ ਸਾਨੂੰ ਔਰੰਗਜ਼ੇਬ ਨੇ ਮਾਰ ਹੀ ਦਿੱਤਾ, ਫਿਰ ਸਾਨੂੰ ਬਚਾਉਣ ਦਾ ਕੀ ਲਾਭ ਹੋਵੇਗਾ। ਪਿਆਸ ਮੋਏ ਫਿਰ ਨੀਰ ਨੁਲਾਏ। ਕਿਉਂਕਿ ਜੇ ਬੰਦਾ ਪਾਣੀ ਦੇ ਵਿੱਚ ਡੋਬੀ ਜਾਵੇ,
ਫਿਰ ਪਿਆਸ ਤਿਸ ਕੈਸ ਪੁਜਾਏ। ਤਾਂ ਉਹਨੂੰ ਬਚਾਇਆ ਕੋਈ ਲਾਭ ਨਹੀਂ ਹੁੰਦਾ। ਤੇ ਜੇ ਕੋਈ ਬੰਦਾ ਪਿਆਸਾ ਮਰ ਜਾਵੇ ਤੇ ਮਰੇ ਹੋਏ ਬੰਦੇ ਨੂੰ ਕੋਈ ਪਾਣੀ ਮੂੰਹ ਵਿੱਚ ਪਾਵੇ ਤੇ ਉਹਦੀ ਪਿਆਸ ਨਹੀਂ ਬੁਝਦੀ। ਇਸ ਕਰਕੇ ਦੇਰੀ ਨਾ ਲਾਓ, ਸਾਡੀ ਬਾਹ ਪਕੜੋ ਤੇ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਦਵੋ। ਦੋਹਰਾ ਤਬ ਸਤਿਗੁਰ ਬਿਪਰਨ ਕਹਿਓ, ਯੋ ਕੈ ਗੈਲ ਛੁਡਾਏ। ਤਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਿਪਰਨ ਤੋਂ ਭਾਵ ਪੰਡਤਾਂ ਨੂੰ ਕਹਿਣ ਲੱਗੇ, ਜਾਓ ਜਾ ਕਰਕੇ ਦਿੱਲੀ ਦੇ ਬਾਦਸ਼ਾਹ ਨੂੰ ਕਹਿ ਕਰਕੇ ਆਪਣੇ ਗਲੋਂ ਬਲਾ ਟਾਲ ਦਿਓ ਤੇ ਜੋ ਅਸੀਂ ਤੁਹਾਨੂੰ ਕਹਿਣ ਲੱਗੇ ਆ ਜਾ ਕਰਕੇ ਉਸ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦਿਓ। ਹਮ ਹੋਵੇਂਗੇ ਗੈਲ ਉਸ ਗੁਰ ਕੋ ਤੁਰਕ ਬਨਾਏ। ਜਾਓ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਕਿ ਅਸੀਂ ਮੁਸਲਮਾਨ ਬਣ ਜਾਵਾਂਗੇ ਜੇ ਕਿਤੇ ਗੁਰੂ ਤੇਗ ਬਹਾਦਰ ਜੀ ਦੀਨੇ ਮਜ਼ਹਬ ਕਬੂਲ ਕਰ ਲੈਣ। ਜਾ ਕੇ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਦੀਨੇ ਮਜ਼ਹਬ ਕਬੂਲ ਕਰਵਾ ਕੇ ਵੇਖ। ਜੇ ਗੁਰੂ ਤੇਗ ਬਹਾਦਰ ਦੀਨੇ ਮਜ਼ਹਬ ਕਬੂਲ ਕਰ ਲੈਣ ਤਾਂ ਅਸੀਂ ਵੀ ਆਪਣੇ ਆਪ ਤੇਰੇ ਹੁਕਮਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਦੀਨੇ ਮਜ਼ਹਬ ਕਬੂਲ ਕਰ ਲਵਾਂਗੇ। ਚੌਪਈ ਤਬ ਬਿਪਰਨ ਜਾਏ ਵੈਸੀ ਕਈ। ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਸੁਣ ਕੇ ਪੰਡਤ ਲੋਕ ਦਿੱਲੀ ਦੇ ਬਾਦਸ਼ਾਹ ਨੂੰ ਜਾ ਕਰਕੇ ਠੀਕ ਇਸੇ ਤਰ੍ਹਾਂ ਕਹਿੰਦੇ ਨੇ। ਜਿਮ ਸਤਿਗੁਰ ਥੀ ਉਹਨੂੰ ਸਮਝਾਈ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਸਮਝਾਇਆ ਸੀ ਉਸੇ ਤਰ੍ਹਾਂ ਜਾ ਕੇ ਔਰੰਗਜ਼ੇਬ ਨੂੰ ਦੱਸਣਾ ਕੀਤਾ। ਪ੍ਰਥਮ ਕਰੋ ਗੁਰ ਮੁਸਲਮਾਨ। ਜਾ ਕੇ ਕਹਿਣ ਲੱਗੇ, ਬਾਦਸ਼ਾਹ ਜਾ ਕੇ ਪਹਿਲਾਂ ਸਤਿਗੁਰੂ ਨੂੰ ਤੂੰ ਦੀਨੇ ਮਜ਼ਹਬ ਵਿੱਚ ਲਿਆ। ਜੇ ਸਤਿਗੁਰੂ ਆ ਗਏ ਅਸੀਂ ਵੀ ਆ ਜਾਵਾਂਗੇ। ਮਗਰੇ ਹੋਵਗ ਸਗਲ ਜਹਾਨ। ਤੇ ਕੇਵਲ ਅਸੀਂ ਨਹੀਂ, ਸਮੁੱਚਾ ਭਾਰਤ ਸਮੁੱਚਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ ਜੇ ਤੂੰ ਕੇਵਲ ਇੱਕ ਗੁਰੂ ਤੇਗ ਬਹਾਦਰ ਨੂੰ ਦੀਨੇ ਮਜ਼ਹਬ ਕਬੂਲ ਕਰਵਾ ਦਵੇਂ। ਸੋ ਬਿਪਰਨ ਜਾ ਚੁਗਲੀ ਕਰੀ। ਤਾਂ ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਕਹਿੰਦੇ ਹੈ ਤਾਂ ਚੁਗਲੀ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਸਤਿਗੁਰੂ ਹੋਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਤਾਂ ਹੋਏ ਸੀ, ਪਰ ਸਤਿਗੁਰੂ ਗ੍ਰਿਫਤਾਰ ਹੋਣ ਵਾਸਤੇ ਖੁਦ ਦਿੱਲੀ ਚੱਲ ਕੇ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਖੁਦ ਸਿਰ ਧੜ ਦੀ ਬਾਜੀ ਲਾਉਣ ਵਾਸਤੇ ਗਏ। ਤੁਰਕਨ ਮਨ ਲਈ ਸੋ ਖਰੀ। ਤਾਂ ਔਰੰਗਜ਼ੇਬ ਬਾਦਸ਼ਾਹ ਨੇ ਬੜੀ ਖੁਸ਼ੀ ਮੰਨ ਲਿਆ। ਉਹ ਕਹਿਣ ਲੱਗਾ, ਜੇ ਇੱਕ ਦੇ ਮੁਸਲਮਾਨ ਬਣਾਇਆ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ ਹੈ ਤੇ ਫਿਰ ਪਹਿਲਾਂ ਉਸ ਇੱਕ ਨੂੰ ਬਣਾਉਣਾ ਚਾਹੀਦਾ ਹੈ, ਕਿਉਂਕਿ ਇੱਕ ਨੂੰ ਬਣਾਉਣਾ ਬੜਾ ਸੁਖੈਲਾ ਹੋਵੇਗਾ। ਪਰ ਉਹਨੂੰ ਕੀ ਪਤਾ ਸੀ ਖਾਲਸਾ ਜੀ ਕਿ ਗੁਰੂ ਤੇਗ ਬਹਾਦਰ ਜੀ ਦੀਆਂ ਰਗਾਂ ਦੇ ਵਿੱਚ ਜਿਹੜਾ ਖੂਨ ਦੌੜਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਹੈ, ਕਿ ਜਿਨ੍ਹਾਂ ਤੱਤੀ ਤਵੀ ਤੇ ਬੈਠ ਕਰਕੇ ਵੀ ਖਾਲਸਾ ਜੀ ਸਰਕਾਰ ਦੀ ਈਨ ਨਹੀਂ ਮੰਨੀ। ਤੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਵੀ ਸਿਰ ਧੜ ਦੀ ਬਾਜੀ ਲਾ ਕੇ ਰਾਜ ਮਲੀਆ ਮੇਟ ਕਰਨਾ ਹੈ। ਔਰੰਗਜ਼ੇਬ ਬਾਦਸ਼ਾਹ ਤੇ ਸੋਚਦਾ ਹੈ ਕਿ ਬੜਾ ਸੁਖੈਲਾ ਰਸਤਾ ਹੈ, ਪਰ ਸੱਚ ਹੈ ਹੁਣ ਲੋਹੇ ਦੇ ਚਣੇ ਚਬਾਉਣ ਵਾਲੀ ਗੱਲ ਬਣ ਗਈ। ਗੁਰੂ ਕੀ ਗੈਲ ਨੁਰੰਗੇ ਫਰੀ। ਤਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ। ਭੇਜ ਹਲਕਾਰੇ ਤਲਾਇਸ਼ ਕਰੀ। ਕਹਿਣ ਲੱਗਾ, ਜਾਓ ਆਪਣੀਆਂ ਫੌਜਾਂ ਨੂੰ ਹੁਕਮ ਦੇ ਦਿੱਤਾ ਕਿ ਜਾ ਕੇ ਗੁਰੂ ਤੇਗ ਬਹਾਦਰ ਦੀ ਤਲਾਸ਼ ਕਰੋ, ਬੰਦੀ ਬਣਾ ਕਰਕੇ ਦਿੱਲੀ ਦੇ ਤਖਤ ਵਿੱਚ ਪੇਸ਼ ਕੀਤਾ ਜਾਵੇ। ਉਤ ਸਤਿਗੁਰੂ ਨਾ ਕਰੀ ਤਿਆਰੀ। ਕਹਿੰਦੇ ਇਧਰੋਂ ਇਹਨੇ ਆਦੇਸ਼ ਜਾਰੀ ਕੀਤਾ ਤੇ ਉਸ ਪਾਸਿਓਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਤਿਆਰੀ ਕਰ ਲਈ। ਬਾਲਾ ਪ੍ਰੀਤਮ ਸਤਿਗੁਰੂ ਚੋਜੀ ਪਿਆਰੇ ਸਤਿਗੁਰੂ ਗੋਬਿੰਦ ਰਾਏ ਜੀ, ਕਿਉਂਕਿ ਖੰਡੇ ਦੀ ਪੌਲ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਉਜਾਗਰ ਹੋਇਆ। ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਨੂੰ ਹੁਕਮ ਜਾਰੀ ਕੀਤੇ ਕਿ ਬਾਣੀ ਬਾਣੇ ਦਾ ਪ੍ਰਚਾਰ ਕਰਨਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤਖਤ ਦੇ ਮਾਲਕ ਬਣਾਇਆ ਤੇ ਖਾਲਸਾ ਜੀ ਮਾਤਾ ਗੁਜਰੀ ਜੀ ਨੂੰ ਮਿਲ ਕਰਕੇ ਸਮੁੱਚੀਆਂ ਸੰਗਤਾਂ ਨੂੰ ਦੀਦਾਰੇ ਦੇ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਟਿਕਾ ਕਰਕੇ ਆਨੰਦਪੁਰ ਸਾਹਿਬ ਤੋਂ ਦਿੱਲੀ ਵਾਸਤੇ ਤਿਆਰੀ ਕਰਦੇ ਨੇ। ਜੈਸੇ ਬਿਪਰਨ ਹੁਤੀ ਉਚਾਰੀ। ਜਿਸ ਤਰ੍ਹਾਂ ਬਿਪਰਾਂ ਨੂੰ ਭਾਵ ਪੰਡਤਾਂ ਨੂੰ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਅਸੀਂ ਸਿਰ ਧੜ ਦੀ ਬਾਜੀ ਲਾਵਾਂਗੇ, ਜਾ ਕਰਕੇ ਉਹਨਾਂ ਬਚਨਾਂ ਤੇ ਪਹਿਰਾ ਦਿੰਦੇ ਹੋਏ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵਾਸਤੇ ਰਵਾਨਾ ਹੋਏ।
ਆਪ ਚੱਲ ਗੁਰ ਦਿੱਲੀ ਆਏ। ਕਹਿੰਦੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਖੁਦ ਚੱਲ ਕਰਕੇ ਦਿੱਲੀ ਆਏ, ਕੋਈ ਮਹਾਰਾਜ ਨੂੰ ਫੜਨ ਵਾਸਤੇ ਨਹੀਂ ਗਿਆ। ਖਾਲਸਾ ਜੀ, ਇਹ ਸਤਿਗੁਰੂ ਦੀ ਦਇਆ ਹੈ, ਸਤਿਗੁਰੂ ਦੀ ਦਿਆਲਤਾ ਹੈ, ਸਤਿਗੁਰੂ ਦੀ ਕਿਰਪਾਲਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਦਿੱਲੀ ਦੇ ਤਖਤ ਦੇ ਨਾਲ ਖਾਲਸਾ ਜੀ ਕੋਈ ਆਪਸੀ ਰੰਜਿਸ਼ ਨਹੀਂ ਸੀ, ਸੱਚੇ ਪਾਤਸ਼ਾਹ ਦੀ ਕੋਈ ਘਰ ਦੀ ਲੜਾਈ ਨਹੀਂ ਸੀ, ਬਲਕਿ ਗੁਰੂ ਤੇਗ ਬਹਾਦਰ ਜੀ ਧਰਮ ਦੀ ਵਿਆਖਿਆ ਦੱਸ ਰਹੇ ਸਨ ਕਿ ਅਸਲੀ ਧਰਮੀ ਉਹ ਹੁੰਦਾ ਹੈ ਜਿਹੜਾ ਦੂਸਰੇ ਦੀ ਜਾਨ ਬਚਾਉਣ ਵਾਸਤੇ, ਦੂਸਰੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਤਨ ਨੂੰ ਕੁਰਬਾਨ ਕਰ ਦਿੰਦਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਖੁਦ ਚੱਲ ਕੇ ਦਿੱਲੀ ਦੀ ਧਰਤੀ ਤੇ ਪਹੁੰਚੇ। ਤੁਰਕਨ ਘਰ ਜਾ ਆਪ ਬੰਦਾਏ। ਧੰਨ ਗੁਰੂ ਤੇਗ ਬਹਾਦਰ ਜੀ ਖੁਦ ਜਾ ਕਰਕੇ ਗ੍ਰਿਫਤਾਰੀ ਦਿੰਦੇ ਨੇ। ਤੇ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ, ਖਾਲਸਾ ਜੀ ਕਹਿੰਦੇ ਉਸ ਪਿੰਜਰੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਰੱਖਿਆ, ਜਿਸ ਪਿੰਜਰੇ ਦੇ ਕਿੱਲ ਵੀ ਅੰਦਰ ਨੂੰ ਮੋੜੇ ਹੋਏ ਸਨ ਕਿ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਿੰਜਰੇ ਵਿੱਚ ਹੋਣ, ਨਾ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਸਹੀ ਤਰ੍ਹਾਂ ਖੜੇ ਹੋ ਸਕਣ, ਨਾ ਹੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਹੀ ਤਰ੍ਹਾਂ ਬੈਠ ਸਕਣ। ਜਦੋਂ ਸਰੀਰ ਦੀ ਥੋੜੀ ਜਿਹੀ ਹਿਲਜੁਲ ਵੀ ਹੋਣੀ, ਸੱਚੇ ਪਾਤਸ਼ਾਹ ਦੇ ਤਨ ਦਾ ਲਹੂ ਵਗਣਾ, ਸਰੀਰ ਤੇ ਜ਼ਖਮ ਹੋਣੇ, ਕਹਿੰਦੇ ਜ਼ਖਮਾਂ ਦੇ ਉੱਤੇ ਜ਼ਾਲਮਾਂ ਵੱਲੋਂ ਨਮਕ ਲੂਣ ਛਿੜਕਿਆ ਜਾਂਦਾ ਸੀ। ਇੰਨੇ ਤਸੀਹੇ ਦਿੱਤੇ ਗਏ ਕਿ ਗੁਰੂ ਬਾਦਸ਼ਾਹ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਡੋਲ ਜਾਵੇਗਾ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇੱਕ ਵਾਰ ਸਾਰੇ ਪਿਆਰ ਨਾਲ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਹੜੇ ਸੱਚੇ ਪਾਤਸ਼ਾਹ ਖੁਦ ਗਏ ਚੱਲ ਕੇ, ਗ੍ਰਿਫਤਾਰ ਹੋਏ ਪਰ ਡੋਲੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦਾ ਭਲਾ ਕੀਤਾ। ਦੋਹਰਾ ਦਿੱਲੀ ਦੁਆਰ ਖੜ ਗੁਰੂ ਦੁਸਾਲਾ ਦਿਓ ਕਲਾਏ। ਹੁਣ ਧੰਨ ਗੁਰੂ ਤੇਗ ਬਹਾਦਰ ਜੀ ਦੀ ਇੱਕ ਹੋਰ ਦਿਆਲਤਾ ਹੈ ਕਿ ਮਹਾਰਾਜ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਇੱਕ ਹੋਰ ਸਿੱਖ ਦੀ ਅਰਦਾਸ ਸੁਣ ਲਈ। ਸੱਚੇ ਪਾਤਸ਼ਾਹ ਕੋਲ ਦਸ਼ਾਲਾ ਸੀ, ਬਹੁਤ ਕੀਮਤੀ, ਤੇ ਮਾਇਆ ਸੀ, ਮੋਹਰਾਂ ਸਨ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਗਰੀਬੜੇ ਦੀ ਅਰਦਾਸ ਸੁਣ ਲਈ। ਇੱਕ ਗਰੀਬੜਾ ਸਿੱਖ ਸੀ ਜਿਹੜਾ ਘਾਹੀ ਸੀ, ਘਾਹ ਵੱਢਿਆ ਕਰਦਾ ਸੀ। ਉਹਦੀ ਲੜਕੀ ਦਾ ਵਿਆਹ ਸੀ, ਬੇਟੀ ਦਾ ਵਿਆਹ ਸੀ, ਤੇ ਘਰ ਵਿੱਚ ਮਾਇਆ ਨਹੀਂ ਸੀ। ਤੇ ਖਾਲਸਾ ਜੀ ਉਹ ਪ੍ਰਮਾਤਮਾ ਅੱਗੇ, ਰੱਬ ਅੱਗੇ ਦੁਆ ਕਰ ਰਿਹਾ ਸੀ ਕਿ ਕਿਤੋਂ ਮਾਇਆ ਆ ਜਾਵੇ ਤੇ ਮੇਰੀ ਬੇਟੀ ਦਾ, ਲੜਕੀ ਦਾ ਵਿਆਹ ਹੋ ਜਾਵੇਗਾ। ਤੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸਿਰ ਦੇ ਉੱਤੇ ਹਕੂਮਤ ਨੇ ਇਨਾਮ ਰੱਖਿਆ ਸੀ। ਸਤਿਗੁਰੂ ਨੇ ਉਹਦੀ ਅਰਦਾਸ ਸੁਣ ਲਈ। ਮਹਾਰਾਜ ਘੋੜੇ ਤੇ ਸਵਾਰ ਸਨ ਦਿੱਲੀ ਤੋਂ ਬਾਹਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਖੀ ਕਈਆਂ ਨੇ ਆਗਰੇ ਦੇ ਨਾਲ ਵੀ ਜੋੜੀ ਹੈ, ਭਾਈ ਸਾਹਿਬ ਨੇ ਜ਼ਿਕਰ ਨਹੀਂ ਕੀਤਾ। ਆਗਰੇ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਉਸ ਘਾਹੀ ਗਰੀਬੜੇ ਸੱਜਣ ਨੂੰ ਮਹਾਰਾਜ ਨੇ ਆਪਣੇ ਤਨ ਦਾ ਦਸ਼ਾਲਾ ਦਿੱਤਾ, ਮੋਹਰਾਂ ਦਿੱਤੀਆਂ ਤੇ ਕਿਹਾ ਜਾ ਤੇਰੀ ਬੇਟੀ ਦਾ ਵਿਆਹ ਹੈ, ਇਸ ਦਸ਼ਾਲੇ ਨਾਲ, ਮੋਹਰਾਂ ਦੇ ਨਾਲ ਜਾ ਕਰਕੇ ਤੂੰ ਸਮਾਨ ਲੈ ਆ, ਮਠਿਆਈ ਲੈ ਆ। ਤੇ ਜਦੋਂ ਉਹ ਘਾਹੀ ਗਰੀਬੜਾ ਸਿੱਖ ਗਿਆ, ਖਾਲਸਾ ਜੀ ਭਾਵੇਂ ਕਿ ਉਹ ਮਜ਼ਹਬ ਕਰਕੇ ਮੁਸਲਮਾਨ ਸੀ, ਪਰ ਮਹਾਰਾਜ ਦੇ ਚਰਨਾਂ ਤੇ ਉਹਦਾ ਭਰੋਸਾ ਵੱਜ ਗਿਆ, ਉਹ ਵੀ ਸਿੱਖ ਬਣ ਗਿਆ। ਖਾਲਸਾ ਜੀ ਗਿਆ ਜਦੋਂ ਹਲਵਾਈ ਦੇ ਕੋਲ ਮਠਿਆਈ ਲੈਣ ਵਾਸਤੇ, ਦਸ਼ਾਲਾ ਦਿੱਤਾ, ਮੋਹਰਾਂ ਦਿੱਤੀਆਂ, ਤੇ ਹਲਵਾਈ ਕਹਿਣ ਲੱਗਾ ਵੇਖਣ ਵਿੱਚ ਤੇ ਗਰੀਬ ਨਜ਼ਰ ਆਉਂਦਾ ਹੈ, ਇਹਦੇ ਕੋਲ ਦਸ਼ਾਲਾ ਤੇ ਮੋਹਰਾਂ ਕਿੱਥੋਂ ਆਈਆਂ? ਉਹਨੇ ਹਕੂਮਤ ਨੂੰ ਸ਼ਿਕਾਇਤ ਲਾ ਦਿੱਤੀ। ਸਿਪਾਹੀ ਉਸ ਗਰੀਬ ਨੂੰ ਪਕੜਨ ਵਾਸਤੇ ਆਏ, ਗ੍ਰਿਫਤਾਰ ਕਰਨ ਵਾਸਤੇ ਆਏ, ਤੇ ਪੁੱਛਿਆ ਵੀ ਤੇਰੇ ਕੋਲ ਦਸ਼ਾਲਾ ਕਿੱਥੋਂ ਆਇਆ, ਮਾਇਆ ਕਿੱਥੋਂ ਆਈ? ਕਹਿਣ ਲੱਗਾ ਮੈਂ ਚੋਰੀ ਨਹੀਂ ਕੀਤੀ, ਇਹ ਦਸ਼ਾਲਾ, ਇਹ ਮੋਹਰਾਂ ਉਸ ਸੱਜਣ ਨੇ ਦਿੱਤੀਆਂ ਜਿਹੜਾ ਇਸ ਸ਼ਹਿਰ ਦੀ ਹੱਦ ਦੇ ਉੱਤੇ ਘੋੜੇ ਤੇ ਸਵਾਰ ਹੈ। ਕਹਿਣ ਲੱਗੇ ਸਾਨੂੰ ਉਹਦੇ ਕੋਲ ਲੈ ਕੇ ਚੱਲ। ਜਦੋਂ ਖਾਲਸਾ ਜੀ ਲੈ ਕੇ ਆਇਆ, ਹਕੂਮਤ ਦੇ ਸਿਪਾਹੀਆਂ ਨੇ ਵੇਖਿਆ ਘੋੜੇ ਤੇ ਸਵਾਰ ਗੁਰੂ ਤੇਗ ਬਹਾਦਰ ਜੀ ਸਨ। ਖਾਲਸਾ ਜੀ ਜਦੋਂ ਉਸ ਨੂੰ ਪਤਾ ਲੱਗਾ ਕਿ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਦੇ ਸਿਰ ਤੇ ਇਨਾਮ ਹੈ, ਰੋ ਪਿਆ। ਜਾ ਕੇ ਕਹਿਣ ਲੱਗਾ ਮਹਾਰਾਜ ਤੁਹਾਨੂੰ ਪਤਾ ਸੀ ਵੀ ਜਦੋਂ ਦਸ਼ਾਲਾ ਲੈ ਕੇ ਮੈਂ ਦੁਕਾਨ ਤੇ ਜਾਵਾਂਗਾ ਪਕੜਿਆ ਜਾਵਾਂਗਾ, ਤੁਸਾਂ ਨੇ ਕਿਉਂ ਇਹ ਚੋਜ ਵਰਤਾਇਆ? ਸਤਿਗੁਰੂ ਕਹਿਣ ਲੱਗੇ ਸੱਜਣਾ ਤੇਰੀ ਬੇਟੀ ਦਾ ਵਿਆਹ ਹੈ ਤੇ ਉਹ ਸਾਡੀ ਵੀ ਧੀ ਹੈ,
ਅਸੀਂ ਇਸ ਕਰਕੇ ਤੇਰੀ ਅਰਦਾਸ ਸੁਣ ਲਈ, ਤੇਰੇ ਦਿਲ ਦੀ ਦੁਆ ਸੁਣ ਲਈ ਕਿ ਹੁਣ ਜਿਹੜਾ ਸਾਡੇ ਸਿਰ ਤੇ ਇਨਾਮ ਹੈ ਅਸੀਂ ਤੇਰੀ ਝੋਲੀ ਵਿੱਚ ਪਾ ਦਿਆਂਗੇ। ਇਹ ਸਤਿਗੁਰੂ ਤੇ ਏਡਾ ਦਿਆਲੂ ਹੈ, ਜਾਂਦਾ ਜਾਂਦਾ ਵੀ ਝੋਲੀਆਂ ਭਰ ਦਿੰਦਾ ਹੈ। ਹਕੂਮਤ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਅਸੀਂ ਖੁਦ ਗ੍ਰਿਫਤਾਰ ਹੋਵਾਂਗੇ, ਪਰ ਸਾਡੇ ਸਿਰ ਤੇ ਜੋ ਬਾਦਸ਼ਾਹ ਨੇ ਇਨਾਮ ਰੱਖਿਆ ਉਹ ਇਸ ਸੱਜਣ ਦੀ ਝੋਲੀ ਵਿੱਚ ਪਾ ਦਿੱਤਾ ਜਾਵੇ। ਖਾਲਸਾ ਜੀ ਖੁਦ ਮਹਾਰਾਜ ਗ੍ਰਿਫਤਾਰ ਹੋਏ, ਹੱਥੀ ਦਸ਼ਾਲਾ ਤੇ ਮੋਹਰਾਂ ਦਿੱਤੀਆਂ। ਹਲਵਾਈ ਹਟੀ ਜਾਏ ਤਰਿਓ, ਪ੍ਰਗਟ ਹੁਣੇ ਦਾਏ। ਸੋ ਜਿਸ ਤਰ੍ਹਾਂ ਹਲਵਾਈ ਦੀ ਦੁਕਾਨ ਤੇ ਜਾ ਕੇ ਦਸ਼ਾਲਾ ਤੇ ਮੋਹਰਾਂ ਦੇ ਕਰਕੇ ਇਹ ਸਾਰੀ ਵਾਰਤਾ ਹੋਈ, ਤੇ ਧੰਨ ਗੁਰੂ ਤੇਗ ਬਹਾਦਰ ਜੀ ਖੁਦ ਪ੍ਰਗਟ ਹੋ ਕਰਕੇ ਗ੍ਰਿਫਤਾਰ ਹੋਏ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਉਹ ਅੱਜ ਦੇ ਦਿਨ ਦੇ ਵਿੱਚ ਦੱਸਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਤਖਤ ਦੇ ਮੂਹਰੇ ਬੈਠ ਕਰਕੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੌਤ ਨੂੰ ਲਲਕਾਰਦੇ ਹੋਏ ਫਿਰ ਵੀ ਨਹੀਂ ਡੋਲਦੇ, ਧਰਮ ਦੀ ਰੱਖਿਆ ਕਰਦੇ ਆ, ਔਰੰਗਜ਼ੇਬ ਬਾਦਸ਼ਾਹ ਦੇ ਰਾਜ ਨੂੰ ਮਲੀਆਂ ਮੇਟ ਕਰਦੇ ਆ। ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਅਰਦਾਸ ਕਰਨੀ ਜੋ ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਗਿਆਨੀ ਪ੍ਰਵਿੰਦਰਪਾਲ ਸਿੰਘ ਬੁੱਟਰ ਦਮਦਮੀ ਟਕਸਾਲ ਵਾਲੇ ਉਹ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਵੀ ਆਪ ਸਭ ਸੰਗਤਾਂ ਦੇ ਸਨਮੁਖ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪ੍ਰੇਮ ਸਹਿਤ ਉਚਾਰਨ ਕਰੋ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुण तास, हे संगी हे निरंकार हे निर्गुण सब टेक, हे गोविंद हे गुण निधान जाकै सदा बबेक, हे अपरंपर हर हरे है पी होवनहार, हे संत के सदा संग नीदारा याद, हे ठाकुर हों दासरो मैं निर्गुण गुण नहीं कोए, नानक दीजै नाम दान राखो हिय, आए प्रभ शरणागति कृपा निध दयाल, एक अखर हर मन बसत नानक होत निहाल, कथा निता प्रत होत है सुनो सो सिंह सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह।